ਤੁਸੀਂ ਕਹਿ ਰਹੇ ਹੋ ਕਿ ਆਪਣੇ ਬੱਚਿਆਂ ਨੂੰ ਵੀ ਔਰਤ ਦੀ ਇੱਜ਼ਤ ਕਰੋ, ਬੜਿਆਂ ਦੀ ਇੱਜ਼ਤ ਕਰੋ, ਤੇ ਘਰ ਵਿੱਚ ਤੁਸੀਂ ਨਹੀਂ ਕਰ ਰਹੇ ਤਾਂ ਉਹਨੇ ਉਹ ਦੇਖਣਾ ਜੋ ਤੁਸੀਂ ਕਰ ਰਹੇ ਹੋ, ਸੁਣਨਾ ਨਹੀਂ ਕਿ ਜੋ ਤੁਸੀਂ ਕਿਹਾ। NCRB ਦੇ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀਗੀ ਕਿ ਜਿਹਦੇ ਵਿੱਚ ਜਿਹੜੇ ਸੁਸਾਈਡ ਹੋਇਆ ਸੀ ਵਿਅਕਤੀਆਂ ਨੇ ਉਹਦੇ ਵਿੱਚ 70% ਮਰਦ ਸੀਗੇ। ਕਿ ਅਸੀਂ ਜੋ ਕਹਿੰਦੇ ਹਾਂ ਤੇ ਜੋ ਅਸੀਂ ਕਰਦੇ ਹਾਂ, ਜੇ ਉਹਦੇ 'ਚ ਫਰਕ ਹੈ ਤਾਂ ਬੱਚਿਆਂ ਨੇ ਉਹੀ ਦੇਖ ਕੇ ਸਿੱਖਣਾ ਜੋ ਅਸੀਂ ਕਰ ਰਹੇ ਹਾਂ। ਕੋਈ ਇਹ ਨਹੀਂ ਦੇਖਦਾ ਕਿ ਚਾਹੇ ਉਹ ਮੁੰਡਾ ਚਾਹੇ ਕੁੜੀ ਆ, ਭਾਵਨਾਵਾਂ ਤਾਂ ਸੇਮ ਹੁੰਦੀਆਂ ਨੇ ਤੇ ਹਿਊਮਨ ਨੇਚਰ ਆ, ਭਾਵਨਾ ਨੂੰ ਅਸੀਂ ਵਿਅਕਤ ਕਰਨਾ ਬਹੁਤ ਜ਼ਰੂਰੀ ਆ। ਲੜਕੇ ਦੀ ਸੱਸ ਹੈ ਜਾਂ ਉਦੋਂ ਲੜਕੀ ਦੀ ਸੱਸ ਹੈਗੀ ਹੈ, ਉਹ ਪਿੱਛੋਂ ਇਨਸਟੀਗੇਟ ਕਰਦੀਆਂ ਨੇ, ਪਰੇਸ਼ਾਨ ਕਰਦੀਆਂ ਨੇ। ਕੋਈ ਆਪਣੇ ਲੜਕੇ ਨੂੰ ਭੜਕਾਉਂਦੀ ਹੈ, ਕੋਈ ਆਪਣੀ ਲੜਕੀ ਨੂੰ ਭੜਕਾਉਂਦੀ ਹੈ। ਜਦ ਆਪਣਾ ਬੇਟਾ ਕੰਮ ਕਰਕੇ ਆਉਂਦਾ ਆਪਾਂ ਕਹਿੰਦੇ ਥੱਕਿਆ ਹੋਇਆ, ਜਦ ਆਪਣੀ ਬੇਟੀ ਕੰਮ ਤੋਂ ਆਉਂਦੀ ਆ ਉਹ ਵੀ ਥੱਕ ਗਈ ਆਉਂਦੀ ਹੈ, ਪਰ ਉਹਨੂੰ ਆਪਾਂ ਕੰਮ ਵਾਸਤੇ ਕਹਿੰਦੇ ਵੀ ਕੰਮ ਕਰੋ। ਮੇਰੀ ਮੈਰਿਜ ਹੋਈ ਨੂੰ 30 ਸਾਲ ਹੋ ਗਏ, ਸਾਰੀ ਫੈਮਿਲੀ ਦੀ ਖਾਣਾ ਬਣਾਉਂਦੀਆਂ, ਘਰ ਦਾ ਕੰਮ ਕਰਦੀਆਂ, ਕੱਪੜੇ ਧੋਂਦੀਆਂ। ਮੈਨੂੰ ਇੱਕ ਬਹੂ ਨਾਲ ਤਾਂ ਨਹੀਂ ਕੰਮ ਜ਼ਿਆਦਾ ਵੱਧ ਗਿਆ। ਠੀਕ ਹੈ, ਤੇ ਜਿਹੜੇ ਉਹ ਮਰਦ ਨੇ ਉਹਨਾਂ ਨੂੰ ਸ਼ੁਰੂ ਤੋਂ ਸਿਖਲਾਈ ਇਹ ਮਿਲਦੀ ਹੈ ਕਿ ਤੁਸੀਂ ਰੋਣਾ ਨਹੀਂ, ਉਵੇਂ ਹੀ ਉਹਨਾਂ ਨੂੰ ਸ਼ੇਅਰਿੰਗ ਦੀ ਆਦਤ ਘਟ ਜਾਂਦੀ ਹੈ। ਇੰਨੀ ਫਰਸਟ੍ਰੇਸ਼ਨ ਉਹਨਾਂ ਦੇ ਅੰਦਰ ਹੋ ਜਾਂਦੀ ਆ ਕਿ ਉਹ ਇਸ ਚੀਜ਼ ਦਾ ਅੰਤ ਕਰਨ ਦੇ ਵਿੱਚ ਜ਼ਿਆਦਾ ਆਸਾਨੀ ਭਾਲਦੇ ਨੇ ਕਿ ਚਲੋ ਵੀ ਮਰਨਾ ਜ਼ਿਆਦਾ ਬਿਹਤਰ ਹੈ, ਕਿਉਂਕਿ ਉਹਨਾਂ ਨੂੰ ਹੋਪਲੈਸਨੈਸ ਹੋ ਜਾਂਦੀ ਵੀ ਕਿਸੇ ਕੋਲ ਇਸ ਚੀਜ਼ ਮੇਰੀ ਇਸ ਪ੍ਰੋਬਲਮ ਦਾ ਸੋਲਿਊਸ਼ਨ ਹੈ ਹੀ ਨਹੀਂ। ਉਹਨੂੰ ਕਦੇ ਇਹ ਨਹੀਂ ਸੋਚਿਆ, ਉਹਨੂੰ ਕਦੇ ਇਹ ਨਹੀਂ ਕਿਹਾ ਵੀ ਤੂੰ ਮੇਰੀ ਨੂੰਹ ਹੈ ਜਾਂ ਤੂੰ ਇਸ ਤਰ੍ਹਾਂ ਕਰ। ਮੈਂ ਉਹਨੂੰ ਇਹ ਕਹਾਂਗੀ, ਹਮੇਸ਼ਾ ਉਹਨੂੰ ਆਪਣੀ ਬੇਟੀ ਕਹਿ ਕੇ ਹੀ ਬੋਲਣਾ। ਪਰ ਮੈਂ ਕਹਿੰਦੀ ਹਾਂ ਵੀ ਰਿਸ਼ਤੇ ਜਿਹੜੇ ਜ਼ਿਆਦਾ ਖਰਾਬ ਹੁੰਦੇ ਨੇ ਇਹ ਥੋੜ੍ਹੇ ਜਿਹੇ ਨਾ ਮਾਂ-ਬਾਪ ਦੀ ਵਿੱਚ ਦਖਲਅੰਦਾਜ਼ੀ ਕਰਕੇ ਹੁੰਦੇ ਨੇ। ਇਹਦੇ ਪਿੱਛੇ ਕਈ ਰੀਜ਼ਨਸ ਪਾਏ ਗਏ ਨੇ, ਉਹਨਾਂ ਵਿੱਚੋਂ ਸਭ ਤੋਂ ਬੜਾ ਰੀਜ਼ਨ ਇਹ ਹੈ ਕਿ ਡਿਸੀਜਨ ਮੇਕਿੰਗ ਦੀ ਕਮੀ। ਲੋਕਾਂ ਨੂੰ ਫੈਸਲੇ ਨਹੀਂ ਲੈਣੇ ਆਉਂਦੇ। ਮਰਦ ਨੇ ਉਹਨਾਂ ਨੂੰ ਇੱਦਾਂ ਦਾ ਕੋਈ ਜਿਹੜੀ ਹੈਗੀ ਕਾਨੂੰਨੀ ਤੌਰ 'ਤੇ ਕੋਈ ਇੱਦਾਂ ਦਾ ਕੋਈ ਸਪੈਸੀਫਾਈਡ ਲਾਅ ਨਹੀਂ ਹੈਗਾ ਜਿਹਦੇ ਥਰੂ ਉਹ ਆਪਣੀ ਵਿਥਿਆ ਨੇ ਜਿਹੜੀ ਉਹ ਸੁਣਾ ਸਕਦੇ ਨੇ। ਜਿਵੇਂ ਫਾਦਰ ਦਿਖਾਊਗਾ ਮਦਰ ਲਈ ਇੱਜ਼ਤ, ਤਾਂ ਜਿਹੜਾ ਬੇਟਾ ਹੋਊਗਾ, ਲੜਕਾ ਹੋਊਗਾ, ਉਹ ਇੱਜ਼ਤ ਕਰ ਪਾਊਗਾ ਅੱਗੇ ਜਾ ਕੇ। ਇਹ ਦੇਖਿਆ ਗਿਆ ਸੁਸਾਈਡਲ ਅਟੈਂਪਟਸ ਦੇ ਵਿੱਚ 1-2 ਸੈਕਿੰਡ ਦੀ ਜੇ ਥੋੜ੍ਹੀ ਬਹੁਤ ਮਦਦ ਮਿਲ ਜੇ ਤਾਂ ਉਸ ਚੀਜ਼ ਨੂੰ ਮੋੜਿਆ ਜਾ ਸਕਦਾ। ਸਮਾਜ ਦੇ ਵਿੱਚ ਜਿਹੜੇ ਮਰਦ ਨੇ ਉਹਨਾਂ ਲਈ ਇੱਕ ਲਾਅ ਦੀ ਜ਼ਰੂਰਤ ਹੈਗੀ ਹੈ ਜਿਹੜਾ ਉਹਨਾਂ ਦੇ ਹੱਕਾਂ ਦੀ ਰਾਖੀ ਕਰੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਬੀ ਸੋਸ਼ਲ। ਮੈਂ ਤੁਹਾਡੇ ਨਾਲ ਰਣਦੀਪ ਬੰਦੇਰ। ਅੱਜ ਦਾ ਸਾਡਾ ਇਹ ਪ੍ਰੋਗਰਾਮ ਥੋੜ੍ਹਾ ਜਿਹਾ ਗੈਰ ਰਸਮੀ ਹੋਣ ਵਾਲਾ ਹੈ। ਹਮੇਸ਼ਾ ਦੀ ਤਰ੍ਹਾਂ ਕੋਈ ਇੰਟਰਵਿਊ ਖਾਸ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਕਰ ਰਹੇ। ਚਰਚਾ ਕਰ ਰਹੇ ਹਾਂ ਜੋ ਕੁਝ ਸਾਡੇ ਸਮਾਜ ਦੇ ਵਿੱਚ ਵਾਪਰ ਰਿਹਾ। ਇਕੱਠੇ ਬੈਠੇ ਸੀ, ਗੱਲਬਾਤ ਹੀ ਕਰ ਰਹੇ ਹਾਂ। ਸਾਡੇ ਰਿਸ਼ਤੇ ਤਿੜਕ ਰਹੇ ਨੇ, ਹਰ ਬੰਦਾ ਤਣਾਅ ਦੇ ਵਿੱਚ ਹੈ। ਹੁਣੇ ਜੇ 2 ਚੀਜ਼ਾਂ ਵਾਪਰੀਆਂ। ਅਮਰੀਕਾ ਦੇ ਵਿੱਚ ਮਨਦੀਪ ਕੌਰ ਦਾ ਜੋ ਕੇਸ ਹੋਇਆ, ਉਸ ਕੁੜੀ ਵੱਲੋਂ ਅਮਰੀਕਾ ਵਰਗੇ ਮਹਾਨਗਰ ਦੇ ਵਿੱਚ, ਅਮਰੀਕਾ ਵਰਗੇ ਦੇਸ਼ ਦੇ ਵਿੱਚ ਆਤਮਦਾਹ ਕਰਨਾ। ਅਤੇ ਦੂਜੀ ਘਟਨਾ ਹੁਣੇ ਜਿਹੜੀ ਇੱਕ ਰਿਸਰਚ ਰਿਪੋਰਟ ਆਈ ਹੈ, ਉਹ ਰਿਪੋਰਟ ਇਹ ਕਹਿੰਦੀ ਹੈ ਕਿ 20 ਤੋਂ 29 ਸਾਲ ਦੀ ਉਮਰ ਤੱਕ ਦੇ ਜਿਹੜੇ ਮੁੰਡੇ ਨੇ ਉਹ ਸਭ ਤੋਂ ਜ਼ਿਆਦਾ ਮਾਨਸਿਕ ਤਣਾਅ ਮਹਿਸੂਸ ਕਰਦੇ ਨੇ ਇਹਨਾਂ 8-9 ਵਰ੍ਹਿਆਂ ਦੇ ਵਿੱਚ। ਬਹੁਤ ਸਾਰੀਆਂ ਪਰੇਸ਼ਾਨੀਆਂ ਉਹਨਾਂ ਨੂੰ ਹੁੰਦੀਆਂ, ਉਹਨਾਂ ਦੇ ਕਰੀਅਰ ਦੀ, ਘਰ ਦੀ, ਪਰਿਵਾਰਿਕ ਜ਼ਿੰਮੇਵਾਰੀਆਂ ਹੁੰਦੀਆਂ, ਵਿਆਹ ਦੀ ਜਿਹੜੀ ਇੱਕ ਵੱਡੀ ਜ਼ਿੰਮੇਵਾਰੀ ਉਹਨਾਂ 'ਤੇ ਇਹਨਾਂ ਵਰ੍ਹਿਆਂ ਦੇ ਵਿੱਚ ਪੈਂਦੀ ਹੈ। ਅਤੇ ਖਾਸ ਕਰਕੇ ਜਦੋਂ ਘਰੇਲੂ ਹਿੰਸਾ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਹਿਜੇ ਜੇ ਕਦੇ ਅੰਦਾਜ਼ਾ ਹੀ ਨਹੀਂ ਲਗਾਉਂਦੇ। ਸਾਨੂੰ ਲੱਗਦਾ ਹੀ ਨਹੀਂ ਕਿ ਘਰੇਲੂ ਹਿੰਸਾ ਦੇ ਸ਼ਿਕਾਰ ਜਿਹੜੇ ਹੈ ਉਹ ਮਰਦ ਵੀ ਜਾਂ ਬੰਦਾ ਕਦੇ ਇਸ ਚੀਜ਼ ਨੂੰ ਵੀ ਫੇਸ ਕਰ ਸਕਦਾ। ਸਾਨੂੰ ਹਮੇਸ਼ਾ ਇਹੀ ਲੱਗਦਾ ਕਿ ਘਰੇਲੂ ਹਿੰਸਾ ਸ਼ਬਦ ਜਿਹੜਾ ਹੈ ਉਹ ਔਰਤ ਦੇ ਲਈ ਹੀ ਹੈ। ਅਤੇ ਸਾਡੇ ਨਾਲ ਇਸੇ ਗੱਲਬਾਤ ਦੇ ਵਿੱਚ ਅੱਜ ਮੇਰਾ ਸਾਥ ਦੇ ਰਹੇ ਨੇ ਕਾਨੂੰਨੀ ਮਾਹਿਰ ਨੇ ਸਾਡੇ ਨਾਲ ਪਲਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਹੈ। ਮੈਂ ਧੰਨਵਾਦ ਕਰਦਾ ਕਿ ਮੈਂ ਇਸ ਪ੍ਰੋਗਰਾਮ ਦਾ ਹਿੱਸਾ ਬਣਿਆ ਔਰ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਵਿਚਾਰ ਇਸ ਟੌਪਿਕ ਦੇ ਉੱਪਰ ਜੋ ਇੱਕ ਐਸਾ ਉੱਭਰਦਾ ਔਰ ਐਸਾ ਸਮਾਜ ਦੇ ਵਿੱਚ ਇੱਕ ਥਪੇੜਾ ਮਾਰਨ ਵਾਲੀਆਂ ਗੱਲਾਂ ਨੇ ਜੋ ਹੋ ਰਹੀਆਂ ਨੇ ਸਮਾਜ ਦੇ ਵਿੱਚ, ਅਤੇ ਮੈਂ ਉਸ 'ਤੇ ਆਪਣੇ ਵਿਚਾਰ ਪੇਸ਼ ਕਰਾਂਗਾ। ਮੈਨੂੰ ਖੁਸ਼ੀ ਹੈਗੀ ਹੈ। ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਇੱਥੇ ਇਨਵਾਈਟ ਕੀਤਾ ਜੀ। ਅਤੇ ਸਾਡੇ ਨਾਲ ਮੌਜੂਦ ਨੇ ਘਰੇਲੂ ਸੁਆਣੀ ਸੁਰਿੰਦਰ ਕੌਰ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਤੁਸੀਂ ਪਹਿਲਾਂ ਮਿਲ ਚੁੱਕੇ ਹੋ ਮੈਡਮ ਕਨਿਕਾ ਸ਼ਰਮਾ ਹੋਰਾਂ ਨੂੰ। ਇਹ ਮਾਨਸਿਕ
ਮਨੋਵਿਗਿਆਨਿਕ ਦੇ ਤੌਰ ਤੇ ਮਾਨਸਿਕ ਸਮੱਸਿਆਵਾਂ ਦੇ ਬਾਰੇ 'ਚ ਸਾਡੇ ਨਾਲ ਗੱਲਬਾਤ ਕਰਨਗੇ। ਮੇਰਾ ਸਭ ਤੋਂ ਪਹਿਲਾ ਇੱਕ ਸਵਾਲ ਜਿਹੜਾ ਹੈ ਆ, ਜਿਵੇਂ ਅਸੀਂ ਪਹਿਲਾਂ ਗੱਲ ਕਰ ਹੀ ਰਹੇ ਸੀ ਪਲਵਿੰਦਰ ਜੀ, ਉਹ ਤੁਹਾਡੇ ਲਈ ਹੈ ਕਿ ਜਿਵੇਂ ਹੁਣੇ ਇੱਕ ਰਿਸਰਚ ਰਿਪੋਰਟ ਆਈ ਹੈ ਕਿ 9 ਵਰ੍ਹਿਆਂ ਦੇ ਵਿੱਚ ਮੁੰਡੇ ਬਹੁਤ ਕੁਝ ਸਹਾਰਦੇ ਨੇ। ਤੁਸੀਂ ਹਰ ਰੋਜ਼ ਅਦਾਲਤ ਦੇ ਵਿੱਚ ਹੁੰਦੇ ਹੋ, ਕਾਨੂੰਨ ਦੇ ਨਾਲ ਤੁਹਾਡਾ ਰੋਜ਼ ਦਾ ਜਿਹੜਾ ਹੈ, ਤੁਸੀਂ ਕਾਨੂੰਨੀ ਦਾਅ ਪੇਚ ਜਾਣਦੇ ਹੋ ਸਭ ਕੁਝ। ਕਿੰਨੇ ਕੁ ਕੇਸ ਜਿਹੜੇ ਨੇ ਉਹ ਘਰੇਲੂ ਹਿੰਸਾ ਦੇ ਆਉਂਦੇ ਨੇ ਅਦਾਲਤਾਂ ਦੇ ਵਿੱਚ, ਅਤੇ ਅਨੁਪਾਤ ਕਿੰਨਾ ਹੈ ਮਰਦ ਅਤੇ ਔਰਤਾਂ ਦਾ ਉਹਨਾਂ ਕੇਸਾਂ ਦੇ ਵਿੱਚ? ਜੀ ਦੇਖੋ, ਇਹ ਤੁਹਾਡਾ ਬਹੁਤ ਵਧੀਆ ਸਵਾਲ ਹੈਗਾ। ਅੱਜ ਦੇ ਪਰਿਪੇਖ ਦੇ ਵਿੱਚ ਜੇਕਰ ਦੇਖਿਆ ਜਾਵੇ, ਔਨਵਰਡ ਜਦ ਤੋਂ ਜੋ 2005 ਦਾ ਡੋਮੈਸਟਿਕ ਵਾਇਲੈਂਸ ਜਿਹੜਾ ਚੱਲਿਆ ਕੇਸ, ਉਸ ਤੋਂ ਬਾਅਦ ਜਿਹੜੇ ਕੇਸਿਸ, ਨੰਬਰ ਆਫ ਕੇਸਿਸ ਨੇ ਕਾਫੀ ਵੱਧ ਗਏ ਨੇ। ਹਾਲਾਂਕਿ ਉਹ ਜਿਹੜੇ ਕੇਸਿਸ ਨੇ ਉਹ ਔਰਤਾਂ ਵੱਲੋਂ ਹੀ ਨੇ। ਦੇਖੋ, ਅਗਰ ਆਪਾਂ ਮੈਂ ਇੱਕ ਜੈਂਡਰ ਨਿਊਟਰਲ ਜੇ ਆਪਾਂ ਗੱਲ ਕਰੀਏ ਕਿ ਸਮੱਸਿਆਵਾਂ ਮਰਦਾਂ ਜਿਹੜੇ ਮਰਦ ਨੇ ਉਹਨਾਂ ਨੂੰ ਵੀ ਨੇ ਸਮਾਜ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ, ਔਰਤਾਂ ਨੂੰ ਵੀ ਨੇ, ਤਾਂ ਬਟ ਜਿਹੜੇ ਨੰਬਰ ਆਫ ਕੇਸਿਸ ਨੇ ਉਹ ਔਰਤਾਂ ਵੱਲੋਂ ਹੀ ਨੇ, ਕਿਉਂਕਿ ਜਿਹੜੇ ਮਰਦ ਨੇ ਉਹਨਾਂ ਨੂੰ ਇੱਦਾਂ ਦਾ ਕੋਈ ਜਿਹੜੀ ਹੈਗੀ ਕਾਨੂੰਨੀ ਤੌਰ 'ਤੇ ਕੋਈ ਇੱਦਾਂ ਦਾ ਕੋਈ ਸਪੈਸੀਫਾਈਡ ਲਾਅ ਨਹੀਂ ਹੈਗਾ ਜਿਹਦੇ ਥਰੂ ਉਹ ਆਪਣੀ ਵਿਥਿਆ ਨੇ ਜਿਹੜੀ ਉਹ ਸੁਣਾ ਸਕਦੇ ਨੇ। ਹਾਲਾਂਕਿ ਜੇ ਪਹਿਲਾਂ ਜਿਹੜੇ ਕੇਸ ਹੁੰਦੇ ਸੀਗੇ, 2016 ਤੋਂ ਬਾਅਦ ਇੱਕ ਜਜਮੈਂਟ ਆਈ, ਉਸ ਦੇ ਬੇਸ 'ਤੇ ਜਿਹੜੇ ਘਰੇਲੂ ਸੁਆਣੀਆਂ ਨੇ, ਜੋ ਔਰਤਾਂ ਨੇ, ਉਹ ਆਪਣੀਆਂ ਨੂੰਹ ਦੇ ਉੱਪਰ ਜਾਂ ਆਪਣੀ ਸੱਸ ਦੇ ਉੱਪਰ ਕੇਸ ਵੀ ਕਰ ਸਕਦੀਆਂ ਨੇ। ਹਾਲਾਂਕਿ ਪਹਿਲਾਂ ਉੱਥੇ ਸੀਗਾ ਮੇਲ ਸ਼ਬਦ ਵਰਤਿਆ ਗਿਆ ਸੀਗਾ, ਬਟ 2016 ਦੀ ਜਜਮੈਂਟ ਤੋਂ ਬਾਅਦ ਉਹਦੇ ਵਿੱਚ ਜੈਂਡਰ ਨਿਊਟਰਲ ਚੀਜ਼ ਹੋ ਗਈ। ਉਹ ਮਾਨਯੋਗ ਸੁਪਰੀਮ ਕੋਰਟ ਦੀ ਜਜਮੈਂਟ ਹੈਗੀ ਹੈ। ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਕੋਈ ਵੀ ਸੁਆਣੀ, ਕੋਈ ਵੀ ਲੇਡੀ, ਫੀਮੇਲ ਤੇ ਵੀ ਕੇਸ ਕਰ ਸਕਦੀ ਹੈ। ਤੇ ਜੇਕਰ ਦੇਖਿਆ ਜਾਵੇ ਕਿ ਔਰਤਾਂ ਵੱਲੋਂ ਜਿਹੜੇ ਕੇਸ ਦਰਜ ਹੋ ਰਹੇ ਨੇ, ਜਿੱਦਾਂ ਤੁਸੀਂ ਇੱਕ ਹੁਣ ਰਿਪੋਰਟ ਪਹਿਲਾਂ ਤੁਸੀਂ ਗੱਲ ਪੇਸ਼ ਕੀਤੀ ਹੈ, ਜੋ 20 ਤੋਂ 29 ਸਾਲ ਦੀ ਗੱਲ ਕਰ ਰਹੇ ਹੋ ਤੁਸੀਂ, ਮੈਂ ਇੱਕ ਰਿਪੋਰਟ ਸਾਂਝੀ ਕਰਦਾ ਕਿ 2018 ਦੇ ਵਿੱਚ NCRB ਦੇ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀਗੀ ਕਿ ਜਿਹਦੇ ਵਿੱਚ ਜਿਹੜੇ ਸੁਸਾਈਡ ਹੋਇਆ ਸੀ ਵਿਅਕਤੀਆਂ ਨੇ, ਉਹਦੇ ਵਿੱਚ 70% ਮਰਦ ਸੀਗੇ। ਨੋ ਡਾਊਟ ਉਹ ਜਿਹੜਾ ਬਹੁਤ ਵੱਡਾ ਜਿਹੜਾ ਦਾਇਰਾ ਸੀਗਾ, ਮਰਦਾਂ ਦੇ ਵਿੱਚ ਮੈਰਿਡ ਵੀ ਸੀਗੇ, ਦੇਖੋ, ਜੋ ਕਿ ਲਗਭਗ 64,000 ਸੀ, 27,000 ਉਹ 'ਚ ਫੀਮੇਲ ਨੇ, ਤੇ ਉਹ ਮੈਰਿਡ ਸੀ। ਤੇ ਅਨਮੈਰਿਡ ਦੇ ਵਿੱਚ ਵੀ ਜਿਹੜਾ ਸੀਗਾ 19,000 ਜਿਹੜੇ ਲਗਭਗ, ਜਿਹੜੇ ਅਪਰੋਕਸੀਮੇਟ ਮੈਂ ਵੈਲਿਊ ਦੱਸ ਰਿਹਾ ਕਿ 19,000 ਲਗਭਗ ਮਰਦ ਨੇ ਅਨਮੈਰਿਡ ਉਸ ਸਮੇਂ ਦੇ ਦੌਰਾਨ, ਤੇ 10,000 ਔਰਤਾਂ ਸੀਗੀਆਂ ਜਿਨ੍ਹਾਂ ਨੇ ਸੁਸਾਈਡ ਕੀਤਾ ਸੀ। ਤੇ ਤੁਸੀਂ ਇਹ ਹਿਸਾਬ ਲਾਓ ਕਿ ਸਮਾਜ ਦੇ ਵਿੱਚ ਕੱਲੀਆਂ ਔਰਤਾਂ ਦਾ ਪੱਖ ਪੂਰਿਆ ਜਾਣਾ ਜਾਂ ਇਕੱਲੇ ਮਰਦਾਂ ਦਾ ਪੱਖ ਪੂਰਿਆ ਜਾਣਾ ਗਲਤ ਹੈਗਾ। ਬਟ ਜੇ ਆਪਾਂ ਨੰਬਰ ਆਫ ਕੇਸਿਸ ਨੂੰ ਦੇਖਦੇ ਹਾਂ ਤਾਂ ਮਰਦਾਂ ਨਾਲ ਵੀ ਜਿਹੜਾ ਹੈ ਓਨਾ ਹੀ ਤਸ਼ੱਦਦ ਹੁੰਦਾ ਹੈ। ਤੇ ਪਿੱਛੇ ਜਿਹੇ ਇੱਕ 2005 ਦੀ ਗੱਲ ਹੈ, ਇੱਕ ਸ਼ਬਦ ਵਰਤਿਆ ਗਿਆ ਤੇ ਜਿਹਨੂੰ ਲੀਗਲ ਟੈਰਰਿਜ਼ਮ ਕਿਹਾ ਗਿਆ, ਕਿ ਲੀਗਲ ਟੈਰਰਿਜ਼ਮ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਵੱਡੇ ਘਰਾਂ ਦੇ ਵਿੱਚ ਜਿਹੜੇ ਵੱਡੇ ਧਨਾਢ ਘਰ ਨੇ, ਆਰਥਿਕਤਾ ਜਿਨ੍ਹਾਂ ਦੀ ਵਧੀਆ, ਜਿਨ੍ਹਾਂ ਦੇ ਆਰਥਿਕ ਪੱਖੋਂ ਜਿਹੜੇ ਮਜ਼ਬੂਤ ਨੇ, ਉਹਨਾਂ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਮੈਰਿਜ ਕਰਵਾਈਆਂ, ਪੈਸੇ ਵਸੂਲਣ ਦੇ ਕਰਕੇ ਉਹਨਾਂ ਨੇ ਉਹਨਾਂ ਦੇ ਕੇਸਿਸ ਪਾਏ, ਡੋਮੈਸਟਿਕ ਵਾਇਲੈਂਸ ਦੇ ਪਾਏ, ਡਾਊਰੀ ਦੇ ਕੇਸਿਸ ਪਾਏ, ਜਿਹਦੇ ਵਿੱਚ ਪਰਿਵਾਰ ਸਾਰਾ ਉਲਝਿਆ ਗਿਆ। ਉਹ ਤਾਂ ਮਾਣਯੋਗ ਸੁਪਰੀਮ ਕੋਰਟ ਨੇ ਬਾਅਦ ਵਿੱਚ ਜਜਮੈਂਟਸ ਦਿੱਤੀਆਂ ਕਿ ਪੁਲਿਸ ਜਿਹੜੀ ਹੈ ਵੈਰੀਫਿਕੇਸ਼ਨ ਕਰਦੀ ਹੈ, ਜਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਹਿਰਨ PG ਵਾਲਾ ਕੇਸ ਹੈਗਾ, ਜਿਹਦੇ ਵਿੱਚ ਕਿ ਔਰਤਾਂ ਦੇ ਉੱਪਰ ਕੇਸ ਕਰ ਸਕਦੀਆਂ ਨੇ ਡੋਮੈਸਟਿਕ ਵਾਇਲੈਂਸ ਦੇ ਅੰਡਰ। ਤੇ ਇਹ ਜਿਹੜੀਆਂ ਚੀਜ਼ਾਂ ਨੇ ਸਮਾਜ ਦੇ ਵਿੱਚ ਇੱਕ ਥਪੇੜਾ ਸੀ ਇਹ ਚੀਜ਼ ਦਾ ਕਿ ਜਿਹੜੀਆਂ ਔਰਤਾਂ ਨੇ ਉਹ ਮਿਸਯੂਜ਼ ਕਰਦੀਆਂ ਨੇ ਇਸ ਚੀਜ਼ ਨੂੰ। ਨੋ ਡਾਊਟ ਅਸੀਂ ਇਹ ਨਹੀਂ ਕਹਿੰਦੇ ਕਿ ਔਰਤਾਂ ਨਾਲ ਤਸ਼ੱਦਦ ਨਹੀਂ ਹੁੰਦਾ, ਬਟ ਸਾਨੂੰ ਸਿੱਕੇ ਦੇ ਦੋਨੋਂ ਪਹਿਲੂਆਂ ਤੇ ਚਰਚਾ ਕਰਨੀ ਚਾਹੀਦੀ ਹੈ। ਅਸੀਂ ਸਾਰਿਆਂ ਨੂੰ ਇੱਕੋ ਤੱਕੜੀ 'ਚ ਨਹੀਂ ਤੋਲ ਸਕਦੇ। ਜੀ ਬਿਲਕੁਲ। ਮੈਮ ਕਨਿਕਾ, ਮੇਰਾ ਇੱਕ ਸਵਾਲ ਤੁਹਾਡੇ ਲਈ ਹੈ ਕਿ ਜਿਵੇਂ ਭਾਜੀ ਹੋਰਾਂ ਨੇ ਕਿਹਾ ਹੈ ਨਾ ਕਿ ਮਰਦ ਜ਼ਿਆਦਾ ਆਤਮਦਾਹ ਕਰਦੇ ਨੇ, ਅਕਸਰ ਕਿਹਾ ਜਾਂਦਾ ਕਿ ਮੁੰਡੇ ਛੇਤੀ ਰੋਂਦੇ ਨਹੀਂ, ਹੈ ਨਾ। ਜੇ ਕੋਈ ਮੁੰਡਾ ਰੋਂਦਾ ਵੀ ਅਸੀਂ ਉਹਨੂੰ ਕਹਿੰਦੇ ਵੀ ਤੂੰ ਕਿਉਂ ਕੁੜੀਆਂ ਵਾਂਗ ਰੋਣ ਲੱਗਿਆ, ਹੈ ਨਾ। ਅਤੇ ਸਾਈਕੋਲੋਜੀਕਲੀ ਇਹ ਵੀ ਮੰਨਿਆ ਜਾਂਦਾ ਕਿ ਜਦੋਂ ਕੋਈ ਬੰਦਾ ਨਹੀਂ ਰੋਂਦਾ ਤਾਂ ਇਹਦਾ ਮਤਲਬ ਕਿ ਉਹ ਬਹੁਤ ਕਮਜ਼ੋਰ ਹੈ। ਅਤੇ ਕੀ ਕਾਰਨ ਹੈ ਕਿ ਜ਼ਿਆਦਾ ਆਤਮਦਾਹ ਜਿਹੜਾ ਹੈ ਉਹ ਬੰਦਿਆਂ ਵੱਲੋਂ ਕੀਤਾ ਜਾਂਦਾ, ਮੁੰਡਿਆਂ ਵੱਲੋਂ ਕੀਤਾ ਜਾਂਦਾ? ਦੇਖੋ ਰਣਦੀਪ, ਜੋ ਪਰਵਰਿਸ਼ ਆ ਬੱਚਿਆਂ ਦੀ ਉਹ ਸ਼ੁਰੂ ਤੋਂ ਇਸ ਤਰ੍ਹਾਂ ਹੁੰਦੀ ਆ ਕਿ ਮੁੰਡੇ ਨੂੰ ਹਮੇਸ਼ਾ ਇਹੀ ਕਿਹਾ ਜਾਂਦਾ ਕਿ ਤੂੰ ਰੋਣਾ ਨਹੀਂ ਹੈਗਾ, ਠੀਕ ਹੈ। ਬੰਦੇ ਤਾਂ ਰੋਂਦੇ ਚੰਗੇ ਨਹੀਂ ਲੱਗਦੇ, ਬੰਦੇ ਸੋਹਣੇ ਨਹੀਂ ਲੱਗਦੇ, ਪਰ ਪ੍ਰੋਬਲਮ ਇਹ ਆਉਂਦੀ ਹੈ ਕਿ ਕੋਈ ਇਹ ਨਹੀਂ ਦੇਖਦਾ ਕਿ ਚਾਹੇ ਉਹ ਮੁੰਡਾ ਚਾਹੇ ਕੁੜੀ ਆ, ਭਾਵਨਾਵਾਂ ਤਾਂ ਸੇਮ ਹੁੰਦੀਆਂ ਨੇ।
ਤੇ ਹਿਊਮਨ ਨੇਚਰ ਆ, ਭਾਵਨਾ ਨੂੰ ਅਸੀਂ ਵਿਅਕਤ ਕਰਨਾ ਬਹੁਤ ਜ਼ਰੂਰੀ ਆ, ਉਹਨੂੰ ਰਿਲੀਜ਼ ਕਰਨਾ ਬਹੁਤ ਜ਼ਰੂਰੀ ਆ। ਤੁਸੀਂ ਜੋ ਫੀਲ ਕਰ ਰਹੇ ਹੋ, ਜੋ ਤੁਹਾਨੂੰ ਮਹਿਸੂਸ ਹੋ ਰਿਹਾ, ਉਹ ਆਪਣੇ ਅੰਦਰੋਂ ਕੱਢਣਾ ਬਹੁਤ ਜ਼ਰੂਰੀ ਆ। ਹੁਣ ਜਿਵੇਂ ਅਸੀਂ ਹੁਣ ਔਰਤਾਂ ਹਾਂ, ਸਾਨੂੰ ਪਤਾ ਕਿ ਜੇ ਅਸੀਂ ਰੋ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਕਿੰਨਾ ਹਲਕਾ ਫੀਲ ਹੁੰਦਾ, ਠੀਕ ਹੈ। ਤੇ ਜਿਹੜੇ ਉਹ ਮਰਦ ਨੇ, ਉਹਨਾਂ ਨੂੰ ਸ਼ੁਰੂ ਤੋਂ ਸਿਖਲਾਈ ਇਹ ਮਿਲਦੀ ਹੈ ਕਿ ਤੁਸੀਂ ਰੋਣਾ ਨਹੀਂ, ਉਵੇਂ ਹੀ ਉਹਨਾਂ ਨੂੰ ਸ਼ੇਅਰਿੰਗ ਦੀ ਆਦਤ ਘਟ ਜਾਂਦੀ ਹੈ। ਤਾਂ ਜਿਹੜੀ ਇਮੋਸ਼ਨਲ ਪੇਨ ਆ ਔਰ ਸਾਈਕੋਲੋਜੀਕਲ ਪੇਨ ਆ, ਉਹ ਤਾਂ ਜੇ ਕਿਸੇ ਨਾਲ ਸ਼ੇਅਰ ਕਰਦੇ ਤਾਂ ਲੋਕ ਮਜ਼ਾਕ ਬਣਾਉਂਦੇ ਨੇ ਵੀ ਤੂੰ ਇੰਨੇ ਜੋਗਾ ਵੀ ਨਹੀਂ ਜੀ। ਕਿਸੇ ਦੀ ਕੋਈ ਰਿਲੇਸ਼ਨਸ਼ਿਪ ਦੇ ਵਿੱਚ ਕੋਈ ਪ੍ਰੋਬਲਮ ਆ ਗਈ, ਕੋਈ ਬ੍ਰੇਕਅਪ ਹੋ ਗਿਆ, ਕੋਈ ਛੱਡ ਕੇ ਚਲਾ ਗਿਆ, ਤਾਂ ਮਜ਼ਾਕ ਬਣਾਈ ਜਾਂਦੇ ਨੇ। ਉਹ ਮਜ਼ਾਕ ਦੇ ਡਰ ਤੋਂ ਸ਼ੇਅਰ ਹੀ ਨਹੀਂ ਕਰਦੇ। ਤਾਂ ਉਹ ਇੰਨਾ ਇਕੱਠਾ ਹੋ ਜਾਂਦਾ, ਇੰਨੀ ਫਰਸਟ੍ਰੇਸ਼ਨ ਉਹਨਾਂ ਦੇ ਅੰਦਰ ਹੋ ਜਾਂਦੀ ਆ ਕਿ ਉਹ ਇਸ ਚੀਜ਼ ਦਾ ਅੰਤ ਕਰਨ ਦੇ ਵਿੱਚ ਜ਼ਿਆਦਾ ਆਸਾਨੀ ਭਾਲਦੇ ਨੇ ਕਿ ਚਲੋ ਵੀ ਮਰਨਾ ਜ਼ਿਆਦਾ ਬਿਹਤਰ ਹੈ, ਕਿਉਂਕਿ ਉਹਨਾਂ ਨੂੰ ਹੋਪਲੈਸਨੈਸ ਹੋ ਜਾਂਦੀ ਵੀ ਕਿਸੇ ਕੋਲ ਮੇਰੀ ਇਸ ਪ੍ਰੋਬਲਮ ਦਾ ਸੋਲਿਊਸ਼ਨ ਹੈ ਹੀ ਨਹੀਂ। ਇਹ ਦਿੱਕਤ ਆ ਜਾਂਦੀ ਆ ਉਹਨਾਂ ਨੂੰ ਜੀ, ਕਿਉਂਕਿ ਅਸੀਂ ਉਸ ਢੰਗ ਨਾਲ ਨਹੀਂ ਸਮਝਦੇ, ਹੈ ਨਾ। ਤੁਸੀਂ ਗੱਲ ਪਰਵਰਿਸ਼ ਦੀ ਕੀਤੀ ਹੈ। ਸੁਰਿੰਦਰ ਕੌਰ ਜੀ, ਤੁਸੀਂ ਇੱਕ ਘਰੇਲੂ ਸੁਆਣੀ ਹੋ। ਹਾਂਜੀ। ਤੁਸੀਂ ਇੱਕ ਸੱਸ ਵੀ ਹੋ, ਨੂੰਹ ਵੀ ਰਹੇ ਹੋ ਪਹਿਲਾਂ, ਹੈ ਨਾ, ਅਤੇ ਜ਼ਿੰਮੇਵਾਰੀਆਂ ਤੁਸੀਂ ਸੰਭਾਲੀਆਂ। ਇੱਕ ਚੀਜ਼ ਜਿਹੜੀ ਕਿ ਦੇਖਣ ਦੇ ਵਿੱਚ ਸਮਾਜ ਦੇ ਵਿੱਚ ਆਉਂਦੀ ਹੈ ਕਿ ਅਸੀਂ ਜਦੋਂ ਬੱਚਿਆਂ ਨੂੰ ਪਾਲਦੇ ਹਾਂ, ਜਾਂ ਹਰ ਮਾਂ ਪਿਓ ਦਾ ਇਹ ਸਵਾਲ ਹੁੰਦਾ ਕਿ ਬੱਚਿਆਂ ਨੂੰ ਕਿਵੇਂ ਪਾਲਿਆ ਜਾਵੇ, ਕਿਵੇਂ ਅਸੀਂ, ਹਰ ਕੋਈ ਚਾਹੁੰਦਾ ਅਸੀਂ ਬੱਚਿਆਂ ਨੂੰ ਵਧੀਆ ਪਰਵਰਿਸ਼ ਦਈਏ, ਪਰ ਉਹ ਕਿਵੇਂ ਦਈਏ। ਅਸੀਂ ਨਾ ਜਦੋਂ ਬੱਚਿਆਂ ਨੂੰ ਪਾਲਦੇ ਹਾਂ, ਅਸੀਂ ਉਹਦੇ ਵਿੱਚ ਨਾ ਜਿਹੜਾ ਲਿੰਗ ਆਧਾਰਿਤ ਭੇਦਭਾਵ ਅਸੀਂ ਕਰਨਾ ਨਹੀਂ ਚਾਹੁੰਦੇ, ਪਰ ਉਹ ਆ ਜਾਂਦਾ। ਜਿਵੇਂ ਅਸੀਂ ਕੁੜੀਆਂ ਨੂੰ ਜ਼ਿਆਦਾ ਪਿਆਰ ਕਰਦੇ ਹਾਂ ਤਾਂ ਅਸੀਂ ਕਹਿ ਦਿੰਦੇ ਹਾਂ ਵੀ ਤੈਨੂੰ ਪੁੱਤਾਂ ਵਾਂਗ ਪਾਲਿਆ, ਅਤੇ ਅਕਸਰ ਇਹ ਗੱਲ ਆਉਂਦੀ ਹੈ ਅਤੇ ਅਸੀਂ ਕਹਿੰਦੇ ਹੁੰਦੇ ਹਾਂ ਕਿ ਵੀ ਪੁੱਤਾਂ ਵਾਂਗ ਕਿਉਂ, ਹੈ ਨਾ। ਤੁਹਾਡੀ ਧੀ ਹੈ, ਤੁਸੀਂ ਧੀ ਨੂੰ ਧੀਆਂ ਵਾਂਗ ਪਾਲੋ। ਬੱਚੇ ਦੇ ਮਨ ਦੇ ਉੱਤੇ ਹਰ ਗੱਲ ਅਸਰ ਕਰਦੀ ਹੈ। ਅਤੇ ਤੁਹਾਡੇ ਮੁਤਾਬਕ ਇੱਕ ਮਾਂ ਦੀ ਜ਼ਿੰਮੇਵਾਰੀ ਕਿੰਨੀ ਹੁੰਦੀ ਹੈ, ਅਤੇ ਤੁਸੀਂ ਕੀ ਸਿਖਾ ਸਕਦੇ ਹੋ ਆਪਣੇ ਬੱਚਿਆਂ ਨੂੰ? ਮੈਡਮ, ਇਹ ਹੈ ਨਾ ਵੀ ਮਤਲਬ ਇੱਕ ਮਾਂ ਹੁੰਦੀ ਹੈ ਨਾ, ਪਹਿਲਾਂ ਆਪਣੇ ਬੱਚੇ ਨੂੰ ਪਾਲਦੀ ਆ, ਪੜ੍ਹਾਉਂਦੀ ਆ, ਲਿਖਾਉਂਦੀ ਆ, ਅੱਗੇ ਵਧੀਆ ਉਹਨੂੰ ਇਹ ਹੁੰਦੀ ਆ ਵੀ ਮੇਰਾ ਬੱਚਾ ਅੱਗੇ ਕੁਛ ਬਣੇਗਾ। ਅਤੇ ਉਸ ਤੋਂ ਬਾਅਦ ਵਿੱਚੋਂ ਬੜੇ ਹੁੰਦੇ ਨੇ, ਚਲੋ ਆਪਣੀਆਂ ਉਹਦੇ ਜ਼ਿੰਮੇਵਾਰੀਆਂ 'ਚ ਬਣ ਜਾਂਦੇ ਨੇ। ਫਿਰ ਕਈ ਲੋਕ ਇਹ ਕਹਿਣ ਲੱਗ ਜਾਂਦੇ ਨੇ ਵੀ ਚਲੋ ਹੁਣ ਤੇਰਾ ਬੱਚਾ ਬੜਾ ਹੋ ਗਿਆ, ਆਪਾਂ ਇਹਦੀ ਮੈਰਿਜ ਕਰਦੇ ਹਾਂ। ਉਸ ਤੋਂ ਬਾਅਦ ਵਿੱਚ ਇਹ ਕਹਿੰਦੇ ਨੇ ਵੀ ਤੇਰੀ ਬਹੂ ਆਊਗੀ, ਵੀ ਚਲੋ ਤੈਨੂੰ ਅੱਗੇ ਉਹ ਕਰੂਗੇ, ਕੰਮ ਕਰੂਗੀ, ਜਾਂ ਇਹ ਕਰੂਗੇ, ਉਹ 'ਤੇ ਵੀ ਜ਼ਿਆਦਾ ਡਿਪੈਂਡ ਹੋ ਜਾਂਦੇ ਨੇ, ਹੈ ਨਾ, ਆਪਣੇ ਨੂੰਹਾਂ 'ਤੇ। ਪਰ ਇਹ ਗੱਲ ਗਲਤ ਹੈ। ਦੇਖੋ, ਜਦ ਆਪਣੀ ਕੁੜੀ ਹੁੰਦੀ ਆ ਘਰ ਵਿੱਚ, ਆਪਾਂ ਉਹਨੂੰ ਤਾਂ ਕਹਿੰਦੇ ਨਹੀਂ ਹੈਗੇ ਵੀ ਤੇਰਾ ਇਹ ਕੰਮ ਬਹੁਤ ਜ਼ਰੂਰੀ ਹੈ, ਤੂੰ ਘਰ ਦਾ ਕੰਮ ਕਰਕੇ ਜਾ, ਡਿਊਟੀ ਜਾਣਾ, ਜਾਂ ਤੂੰ ਆਪਣਾ ਸਕੂਲ ਜਾਣਾ, ਕਾਲਜ ਜਾਣਾ, ਤੂੰ ਕੰਮ ਆ ਕੇ ਵੀ ਕਰ, ਜਾਂਦੇ ਹੋਏ ਵੀ ਕਰਕੇ ਜਾ। ਪਰ ਕਈ ਲੋਕ ਇਹੋ ਜਿਹੇ ਨੇ, ਬਹੂਆਂ ਨੂੰ ਇਹ ਕਹਿੰਦੇ ਨੇ, ਆਪਣੀਆਂ ਨੂੰਹਾਂ ਨੂੰ ਕਹਿਣਗੇ ਸਵੇਰੇ ਕੰਮ ਕਰਕੇ ਜਾਓ, ਸ਼ਾਮ ਨੂੰ ਆ ਕੇ ਤੁਸੀਂ ਕਰੋ। ਪਰ ਨਹੀਂ, ਇਹ ਗੱਲ ਗਲਤ ਹੈ। ਜਦ ਆਪਣਾ ਬੇਟਾ ਕੰਮ ਕਰਕੇ ਆਉਂਦਾ, ਆਪਾਂ ਕਹਿੰਦੇ ਥੱਕਿਆ ਹੋਇਆ, ਜਦ ਆਪਣੀ ਬੇਟੀ ਕੰਮ ਤੋਂ ਆਉਂਦੀ ਹੈ, ਉਹ ਵੀ ਥੱਕ ਗਈ ਆਉਂਦੀ ਹੈ, ਪਰ ਉਹਨੂੰ ਆਪਾਂ ਕੰਮ ਵਾਸਤੇ ਕਹਿੰਦੇ ਵੀ ਕੰਮ ਕਰੋ। ਜੇ ਉਹਦੀ ਖੁਸ਼ੀ ਹੈ, ਆਪਣੀ ਖੁਸ਼ੀ 'ਚ ਬੱਚੇ ਨੂੰ ਥੋੜ੍ਹਾ ਕਰ ਲਓ, ਕੋਈ ਬਹੁਤਾ ਕਰ ਲਓ, ਕੋਈ ਜ਼ਰੂਰਤ ਨਹੀਂ ਉਹਨੂੰ ਉਹਤੇ ਥੋਪਣ ਦੀ ਵੀ ਤੂੰ ਕੰਮ ਕਰਨਾ ਹੀ ਕਰਨਾ। ਬੱਚੇ ਇਸ ਕਰਕੇ ਕਈ ਵਾਰੀ ਅੰਦਰੋਂ ਵੀ ਮਤਲਬ ਉਹ ਹੋ ਜਾਂਦਾ ਨਾ ਟੈਨਸ਼ਨ 'ਚ ਵੀ ਮੈਂ ਅੱਗੇ ਵੀ ਕੰਮ ਕਰਨਾ, ਫਿਰ ਵੀ ਕੰਮ ਕਰਨਾ, ਕੰਮਕਾਜੀ ਤਣਾਅ ਹੁੰਦੇ ਨੇ ਕਈ ਤਰ੍ਹਾਂ ਦੇ, ਕਿਉਂਕਿ ਉਹਨਾਂ ਮਾਈਂਡ ਨੂੰ ਬਿਲਕੁਲ ਫਰੈਸ਼ ਰੱਖੋ। ਉਸ ਤੋਂ ਬਾਅਦ ਵਿੱਚ ਗੱਲ ਇਹ ਆਉਂਦੀ, ਲੋਕ ਕਹਿੰਦੇ ਨੇ ਵੀ ਹੁਣ ਤਾਂ ਤੇਰੀ ਨੂੰਹ ਕੰਮ ਕਰੂਗੀ, ਹੁਣ ਤਾਂ ਤੈਨੂੰ ਆਉਣਾ ਜਾਣਾ ਵੀ ਚਾਹੀਦਾ ਹੈ ਤੈਨੂੰ। ਪਰ ਮੈਂ ਇਹ ਕਹਿੰਦੀ ਹਾਂ ਵੀ ਲੋਕ ਕਹਿੰਦੇ ਸੀ ਤੂੰ ਸੱਸ ਬਣ ਗਈ, ਹੁਣ ਤੂੰ ਆਰਾਮ ਕਰ, ਤੈਨੂੰ ਹੁਣ ਕੋਈ ਲੋੜ ਨਹੀਂ ਕੰਮ ਕਰਨ ਦੀ। ਪਰ ਨਹੀਂ, ਮੈਂ ਆਪਣੀ ਬਹੂ ਨੂੰ ਨਾ ਬਿਲਕੁਲ ਉਸ ਤਰ੍ਹਾਂ ਹੀ ਸਮਝਦਾ। ਜਦ ਮੈਂ ਪੂਰੀ ਫੈਮਿਲੀ ਦੀ, ਮਤਲਬ ਮੇਰੀ ਮੈਰਿਜ ਹੋਈ ਨੂੰ 30 ਸਾਲ ਹੋ ਗਏ, ਸਾਰੀ ਫੈਮਿਲੀ ਦੀ ਖਾਣਾ ਬਣਾਉਂਦੀਆਂ, ਘਰ ਦਾ ਕੰਮ ਕਰਦੀਆਂ, ਕੱਪੜੇ ਧੋਂਦੀਆਂ, ਮੈਨੂੰ ਇੱਕ ਬਹੂ ਨਾਲ ਤਾਂ ਨਹੀਂ ਕੰਮ ਜ਼ਿਆਦਾ ਵੱਧ ਗਿਆ। ਉਹਨੇ 3 ਰੋਟੀਆਂ ਖਾਣੀਆਂ ਨੇ, ਤਾਂ 3 ਰੋਟੀਆਂ ਨਾਲ ਜ਼ਿਆਦਾ ਤਾਂ ਨਹੀਂ ਹੋਗਾ ਮੈਨੂੰ ਕੰਮ। ਇਸ ਕਰਕੇ ਮੈਂ ਇਹ ਕਹਿੰਦੀ ਹਾਂ ਵੀ ਇਹ ਵੀ ਮੇਰੀ ਬੇਟੀ ਆ, ਵੀ ਜੇ ਮਤਲਬ ਮੇਰੀ ਬੇਟੀ ਹੈ ਤਾਂ ਮੈਂ ਉਹਨੂੰ ਵੀ ਇਹਦੇ ਵੀ ਆਪਣੀ ਬੇਟੀ ਦੇ ਸਮਾਨ ਹੀ ਰੱਖਣਾ। ਇਹਨੂੰ ਆਈ ਨੂੰ ਰੋਟੀ ਪਾਣੀ ਵੀ ਬਣਾ ਦੇਣਾ, ਇਹਨੂੰ ਜਾਣ ਲੱਗੇ ਡਿਊਟੀ ਜਾਣ ਲੱਗੇ ਨੂੰ ਵੀ ਰੋਟੀ ਪਾਣੀ ਬਣਾ ਕੇ ਦੇਣਾ। ਵੀ ਮਤਲਬ ਆਪਣੇ ਬਹੂ ਨੂੰ ਮੈਂ ਅੱਜ ਤੱਕ, ਮੇਰੇ ਬਹੂ ਆਈ ਵੀ ਆ, ਉਹਨੂੰ ਕਦੇ ਇਹ ਨਹੀਂ ਸੋਚਿਆ, ਉਹਨੂੰ ਕਦੇ ਇਹ ਨਹੀਂ ਕਿਹਾ ਵੀ ਤੂੰ ਮੇਰੀ ਨੂੰਹ ਹੈ ਜਾਂ ਤੂੰ ਇਸ ਤਰ੍ਹਾਂ ਕਰ। ਮੈਂ ਉਹਨੂੰ ਇਹ ਕਹੂੰਗੀ, ਹਮੇਸ਼ਾ ਉਹਨੂੰ ਆਪਣੀ ਬੇਟੀ ਕਹਿ ਕੇ ਹੀ ਬੋਲਣਾ। ਕਈ ਲੋਕ ਮੈਨੂੰ ਇਹ ਪੁੱਛਣ ਲੱਗ ਜਾਂਦੇ ਨੇ ਬਾਹਰ ਵੀ ਤੁਹਾਡੇ ਇੱਕ ਬੇਟਾ ਇੱਕ ਬੇਟੀ ਆ। ਮੈਂ ਕਹਿੰਦਾ ਨਹੀਂ, ਵੀ ਹੈ ਮੇਰੀ ਬੇਟੀ ਹੋਈ ਆ, ਪਰ ਮੈਂ ਮਤਲਬ ਹੈ ਮੇਰੀ ਨੂੰਹ ਆ, ਵੀ ਮਤਲਬ ਇੱਕ ਰਿਸ਼ਤਾ ਹੈ ਇਹ, ਪਰ ਮੈਂ ਉਹਨੂੰ ਬੇਟੀ ਤੋਂ ਵੀ ਵੱਧ ਰੱਖਿਆ ਵੀ ਮਤਲਬ ਉਹਨੂੰ ਹਮੇਸ਼ਾ ਹਰ ਖੁਸ਼ੀ ਜੋ ਵੀ ਉਹਦੇ ਸ਼ੌਂਕ ਨੇ, ਮੰਮੀ ਮੈਂ ਇਹ ਲੈਣਾ, ਮੰਮੀ ਮੈਂ ਉਹਦੇ ਹਰ ਸ਼ੌਂਕ ਪੂਰੇ ਕਰਦੀ ਹਾਂ। ਆਪ ਬਾਅਦ ਵਿੱਚ ਚੀਜ਼ ਲੈਦਾ ਪੈਂਦਾ, ਬੇਟਾ ਇਹ ਤੂੰ ਇਹ ਲੈ, ਤੇਰੇ ਇਹ ਵਧੀਆ ਲੱਗੂਗਾ,
ਮਤਲਬ ਮੈਂ ਉਹਨੂੰ ਕਦੇ ਮਹਿਸੂਸ ਨਹੀਂ ਹੋਣ ਦਿੱਤਾ। ਜੇ ਉਹ ਹੁਣ ਦੇਖੋ ਉਹਦੇ ਮਾਪੇ ਨੇ ਵੀ ਉਹਨੂੰ ਪੜ੍ਹਾਇਆ ਲਿਖਾਇਆ, ਕਈ ਲੋਕਾਂ ਨੇ ਕਿਹਾ ਚੱਲ ਕਿ ਉਹਨੂੰ ਤੁਹਾਨੂੰ ਜੌਬ ਦੀ ਜ਼ਰੂਰਤ ਨਹੀਂ, ਉਹ ਉਹਦੀ ਖੁਸ਼ੀ ਆ ਕਰਨਾ ਨਾ ਕਰਨਾ, ਪਰ ਮੈਂ ਉਹਨੂੰ ਇੰਨੀ ਸਪੋਰਟ ਕਰੂੰਗੀ ਬੇਟਾ ਕੰਮ ਦੀ ਕੋਈ ਟੈਨਸ਼ਨ ਨਹੀਂ ਲੈਣੀ, ਘਰ ਦਾ ਕੰਮ ਮੈਂ ਕਰਾਂ ਨਾ ਕਰਾਂ। ਕਈ ਲੋਕ ਤਾਂ ਬਹੁਤ ਗੱਲਾਂ ਕਰਦੇ ਨੇ ਆਸ ਪੜੋਸ ਦੇ ਵੀ ਲੈ ਬਹੂ ਨੂੰ ਪਤਾ ਨਹੀਂ ਸੱਸ ਦੋਨੇ ਇੱਕ ਦੂਜੀ ਕਮਾਈ ਖਾਂਦੀ ਹੈ ਇਹ, ਪਰ ਨਹੀਂ, ਅਸੀਂ ਆਪਣੇ ਬੱਚਿਆਂ 'ਤੇ ਕਦੇ ਇਹੋ ਜਿਹਾ ਪ੍ਰੈਸ਼ਰ ਨਹੀਂ ਪਾਇਆ ਵੀ ਤੁਸੀਂ ਸਾਨੂੰ ਆਪਣੀ ਕਮਾਈ ਵੀ ਆਪਣੇ ਹੱਥ ਸਾਡੇ ਹੱਥ 'ਤੇ ਰੱਖੋ। ਬਿਲਕੁਲ ਨਹੀਂ, ਆਪਣੀ ਜ਼ਿੰਦਗੀ ਜੀਓ, ਸਾਡੇ ਕੋਲ ਸਾਡੇ ਜੋ ਹੈਗਾ। ਚਲੋ ਜੇ ਸਾਨੂੰ ਕਦੇ ਲੋੜ ਹੁੰਦੀ ਆ, ਸਾਡੇ ਬੱਚੇ ਆਪਣੇ ਆਪ ਹੀ ਸਾਡਾ ਬਹੁਤ ਧਿਆਨ ਰੱਖਦੇ ਨੇ ਵੀ ਕਿਸੇ ਵੀ ਚੀਜ਼ ਦੀ ਲੋੜ, ਪਹਿਲਾਂ ਸਾਨੂੰ ਇਹ ਪੁੱਛਦੇ ਵੀ ਮੰਮੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ, ਜਦ ਵੀ ਤੁਹਾਨੂੰ ਕੋਈ ਹੈ ਤੁਸੀਂ ਇਹ ਨਹੀਂ ਸੋਚਣਾ ਵੀ ਮੇਰੀ ਨੂੰਹ ਹੈ, ਹਮੇਸ਼ਾ ਜਿਵੇਂ ਤੁਸੀਂ ਮੈਨੂੰ ਬੇਟੀ ਸਮਝਦੇ, ਬੇਟੀ ਸਮਝ ਕੇ ਮੇਰੇ ਨਾਲ ਖੁੱਲ੍ਹ ਕੇ ਗੱਲ ਕਰਨੀ। ਪਲਵਿੰਦਰ ਜੀ, ਮੇਰਾ ਇੱਕ ਸਵਾਲ ਤੁਹਾਡੇ ਲਈ ਹੈ ਕਿ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਕੇਸ ਜਿਹੜੇ ਘਰੇਲੂ ਹਿੰਸਾ ਦੇ ਰਜਿਸਟਰ ਹੁੰਦੇ ਆ, ਹੈ ਨਾ, ਉਹ ਉਹਨਾਂ 'ਚੋਂ ਅਜੋਕੇ ਸਮੇਂ 'ਚ ਜੋ ਵਾਪਰ ਰਿਹਾ ਕਿ ਉਹ ਸਾਰੇ ਸਹੀ ਨਹੀਂ ਹੁੰਦੇ, ਕਈ ਫਰਜ਼ੀ ਵੀ ਹੁੰਦੇ ਨੇ, ਅਤੇ ਨਾਲ ਹੀ ਇੱਕ ਦੂਜਾ ਵਰਤਾਰਾ ਵੀ ਦੇਖਣ ਦੇ ਵਿੱਚ ਆ ਰਿਹਾ ਕਿ ਕਈ ਵਾਰ ਨਾ ਆਪਸ 'ਚ ਆਦਮੀ ਤੀਵੀਂ ਦੀ ਬਹੁਤ ਵਧੀਆ ਬਣਦੀ ਹੁੰਦੀ ਹੈ, ਪਤੀ ਪਤਨੀ ਦੇ ਵਿੱਚ ਕੋਈ ਦਿੱਕਤ ਨਹੀਂ ਹੁੰਦੀ, ਅਤੇ ਉੱਥੇ ਕਈ ਵਾਰ ਜਿਹੜਾ ਹੈ ਉਹ ਜਾਂ ਤਾਂ ਕੁੜੀ ਦੇ ਪਰਿਵਾਰ ਵੱਲੋਂ ਜਾਂ ਮੁੰਡੇ ਦੇ ਪਰਿਵਾਰ ਵੱਲੋਂ ਵਿੱਚ ਨਜਾਇਜ਼ ਦਖਲਅੰਦਾਜ਼ੀ ਕੀਤੀ ਜਾਂਦੀ ਹੈ ਨਾ। ਕਿਉਂਕਿ ਅਸੀਂ ਇੱਥੇ ਇਸ ਚੀਜ਼ ਨੂੰ ਵੀ ਅਸੀਂ ਦਰਕਿਨਾਰ ਨਹੀਂ ਕਰ ਸਕਦੇ ਵੀ ਜਿਵੇਂ ਅਸੀਂ ਕਹਿ ਦਿੰਦੇ ਹਾਂ ਵੀ ਕੁੜੀ ਦੀ ਮਾਂ ਦੀ ਜ਼ਿਆਦਾ ਦਖਲਅੰਦਾਜ਼ੀ ਨਾਲ ਘਰ ਟੁੱਟਦਾ, ਤਾਂ ਮੁੰਡੇ ਦੀ ਘਰਦਿਆਂ ਦੀ ਵੀ ਲੋੜ ਤੋਂ ਵੱਧ ਦਖਲਅੰਦਾਜ਼ੀ ਵੀ ਘਰ ਤੋੜ ਸਕਦੀ ਹੈ ਜੇ ਤੁਸੀਂ ਉਹਨਾਂ ਦੇ ਨਿੱਜੀ ਰਿਸ਼ਤੇ ਦੇ ਵਿੱਚ। ਦੇਖੋ, ਤੁਹਾਡੇ ਦੋਨੋਂ ਪਹਿਲੂਆਂ 'ਤੇ ਮੈਂ ਵਿਚਾਰ ਸਾਂਝੇ ਕਰੂੰਗਾ। ਇਹਦੇ ਵਿੱਚ ਕੀ ਹੈ ਕਿ ਲੀਗਲ ਫਰੈਟਰਨਿਟੀ ਹੈ ਜਿਹੜੀ ਸਾਡੇ ਵਕੀਲ ਭਰਾ ਨੇ, ਸਾਡੇ ਕੋਲ ਦੋਨੋਂ ਤਰ੍ਹਾਂ ਦੇ ਕੇਸਿਸ ਆਉਂਦੇ ਨੇ ਸਾਰਿਆਂ ਕੋਲ ਹੀ, ਜਿਹਦੇ ਵਿੱਚ ਸਾਫ਼ ਤੌਰ 'ਤੇ ਦਿਖ ਰਿਹਾ ਹੁੰਦਾ ਹੈ ਕਿ ਜਾਂ ਤਾਂ ਲੜਕੀ ਦੀ ਮਾਂ ਖਰਾਬ ਕਰ ਰਹੀ ਹੁੰਦੀ ਹੈ ਪਿੱਛੋਂ, ਹੈ ਨਾ। ਮੈਂ ਇੱਕ ਲੇਮੈਨ ਲੈਂਗੁਏਜ ਇੱਕ ਆਮ ਜੋ ਸਾਡੀ ਵਿਊਅਰਸ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੂੰਗਾ, ਆਮ ਤੌਰ 'ਤੇ ਸਭ ਨੂੰ ਪਤਾ ਹੁੰਦਾ, ਸਮਾਜ ਦੇ ਵਿੱਚ ਆਪਾਂ ਵਿਚਰਦੇ ਹਾਂ ਕਿ ਜਿਹੜੀ ਔਰਤਾਂ ਨੇ, ਜਿਵੇਂ ਗੱਲ ਚੱਲੀ ਸੀ, ਔਰਤ ਜਿਹੜੀ ਹੈਗੀ ਆ ਉਹ ਜੇ ਔਰਤ ਦੇ ਨਾਲ ਉਹ ਔਰਤ ਦੀ ਤਰ੍ਹਾਂ ਵਰਤਾਰਾ ਕਰੇ ਤਾਂ ਇੱਦੇ ਕਾਨੂੰਨ ਦੇ ਵਿੱਚ ਜਾਂ ਪਹੁੰਚਣ ਤੱਕ ਇਹਨਾਂ ਦਾ ਕੋਈ ਮੇਰੇ ਹਿਸਾਬ ਨਾਲ ਕੋਈ ਉਸ ਤੋਂ ਪਹਿਲਾਂ ਹੀ ਚੀਜ਼ਾਂ ਸੌਰਟ ਆਊਟ ਹੋ ਸਕਦੀਆਂ ਨੇ। ਹੁਣ ਗੱਲ ਚੱਲੀ ਜਿੱਦਾਂ ਕੇਸਾਂ ਦੀ, ਹੁਣ ਕਈ ਕੇਸ ਨੇ ਜਿਹਦੇ ਵਿੱਚ ਦਿਖ ਰਿਹਾ ਹੈ ਕਿ ਜਿਹੜੀ ਸੱਸ ਹੈਗੀ ਹੈ, ਲੜਕੇ ਦੀ ਸੱਸ ਹੈ ਜਾਂ ਉਦੋਂ ਲੜਕੀ ਦੀ ਸੱਸ ਹੈਗੀ ਹੈ, ਉਹ ਪਿੱਛੋਂ ਇਨਸਟੀਗੇਟ ਕਰਦੀਆਂ ਨੇ, ਪਰੇਸ਼ਾਨ ਕਰਦੀਆਂ ਨੇ, ਕੋਈ ਆਪਣੇ ਲੜਕੇ ਨੂੰ ਭੜਕਾਉਂਦੀ ਹੈ, ਕੋਈ ਆਪਣੀ ਲੜਕੀ ਨੂੰ ਭੜਕਾਉਂਦੀ ਹੈ ਪਿੱਛੋਂ। ਤੁਹਾਨੂੰ ਮੈਂ ਇੱਕ ਕੇਸ ਦੱਸਦਾ, ਇੱਦਾਂ ਹੀ ਇੱਕ ਫੀਮੇਲ ਹੈਗੀ ਹੈ ਸੀ, ਮਤਲਬ ਹੈਗੀ ਉਹ 32 ਸਾਲ ਦੀ ਸੀ, ਲੜਕਾ ਸੀ 35 ਸਾਲ ਦਾ, ਉਹਨਾਂ ਦੀ 7 ਸਾਲ ਦੀ ਬੇਟੀ ਸੀ। ਉਹਨਾਂ ਨੇ ਕਿਆ ਕਰਿਆ ਜੀ, ਜਿਹੜੀ ਲੜਕੀ ਦੀ ਮਦਰ ਸੀ, ਪਿੱਛੋਂ ਲੜਕਾ ਇਕੱਲਾ ਸੀ ਦੇਖੋ ਪਰਿਵਾਰ ਦੇ ਵਿੱਚ, ਉਹ ਉਹਨਾਂ ਨੂੰ ਕਹਿੰਦੀ ਕਿ ਤੁਸੀਂ ਇੱਦਾਂ ਕਰੋ ਵੀ ਜਿਹੜਾ ਬੇਟੀ ਹੈਗੀ ਹੈ, ਬੇਟੀ ਨੂੰ ਉਹਨਾਂ ਦੀ ਨੂੰ ਪ੍ਰੋਬਲਮ ਸੀ, ਉਹਨਾਂ ਦੀ ਜਿਹੜੀ ਫੂਡ ਪਾਈਪ ਸੀ ਉਹਦੇ ਵਿੱਚ ਅਲਸਰ ਸੀਗੇ, ਉਹਨਾਂ ਨੇ ਦੱਸਿਆ ਨਹੀਂ ਲੜਕੇ ਵਾਲਿਆਂ ਨੂੰ। ਹਾਲਾਂਕਿ ਉਹ ਚਲੋ ਮੇਰੇ ਨਾਲ ਗੱਲ ਕਰਦਾ ਰਿਹਾ ਵੀ ਪਹਿਲਾਂ ਜਦੋਂ ਦੀ ਮੈਰਿਜ ਹੋਈ 2 ਸਾਲ ਬਾਅਦ ਉਹਨੂੰ ਪਤਾ ਲੱਗ ਗਿਆ ਵੀ ਇਹਨੂੰ ਅਲਸਰ ਹੈ, ਫਿਰ ਵੀ ਚਲੋ ਅਸੀਂ ਉਹਨੂੰ ਸਮਝਾਉਂਦੇ ਰਹੇ ਵੀ ਕੋਈ ਇਸ਼ੂ ਨਹੀਂ ਹੈਗਾ। ਮੇਰਾ ਫੈਮਿਲੀ ਫਰੈਂਡ ਸੀ ਲੜਕਾ, ਚੱਲਦੇ ਚੱਲਦੇ ਜੀ ਗੱਲਾਂ ਚੱਲ ਪਈਆਂ, ਅੱਗੇ ਚੱਲੀ ਗਿਆ ਕੇਸ। ਉਹ ਕਹਿੰਦੇ ਮੈਂ ਕੇਸ ਤਾਂ ਕੋਈ ਕਰਨਾ ਨਹੀਂ, ਵੀ ਚਲੋ ਇਹਨਾਂ ਨੇ ਦੱਸਿਆ ਸਾਨੂੰ ਕੋਈ ਇਸ਼ੂ ਨਹੀਂ ਹੈਗਾ। ਲੜਕੀ ਦੇ ਮਾਂ ਨੂੰ ਕਹਿੰਦੀ ਵੀ ਤੂੰ ਇਸ ਤੋਂ ਅਲੱਗ ਰਹਿ, ਲੜਕਾ ਇਕੱਲਾ ਸੀ, ਚਲੋ ਅਸੀਂ ਸਮਝਾ ਬੁਝਾ ਕੇ ਉਹਨੂੰ ਕਹਿਤਾ ਵੀ ਜਿਹੜਾ ਫਸਟ ਫਲੋਰ ਜਿਹੜਾ ਲੜਕੇ ਦਾ ਹੈਗਾ ਉੱਥੇ ਉਹ ਰਹਿਣ ਲੱਗ ਜਾਵੇ। ਲੜਕਾ ਰਹਿੰਦਾ ਰਿਹਾ ਜੀ, ਜੌਬ ਕਰਦਾ ਸੀਗਾ, ਕਰਦੇ ਕਰਦੇ ਜੀ ਚਲੋ ਦੂਰੀਆਂ ਵੱਧਦੀਆਂ ਗਈਆਂ ਪਰਿਵਾਰ ਦੇ ਵਿੱਚ, ਫਿਰ ਕੰਮਕਾਰ ਤੋਂ ਵੀ ਗਈ ਲੜਕੀ। ਪਰਿਵਾਰ ਦੇ ਵਿੱਚ ਕੌਣ ਸੀ? ਇੱਕ ਸੱਸ, ਇੱਕ ਨੂੰਹ, ਇੱਕ ਉਹਨਾਂ ਦਾ ਸਹੁਰਾ, ਇੱਕ ਲੜਕਾ, 4 ਜਣੇ ਸੀਗੇ। ਅਤੇ ਉਹ ਚੱਲਦੇ ਚੱਲਦੇ ਇੰਨਾ ਕਿ ਜ਼ਿਆਦਾ ਦੂਰੀਆਂ ਵੱਧ ਗਈਆਂ ਪਰਿਵਾਰ ਦੇ ਵਿੱਚ ਕਿ ਕਦੇ ਉਹਨਾਂ ਨੇ ਡੋਮੈਸਟਿਕ ਵਾਇਲੈਂਸ ਦਾ ਕੇਸ ਪਾਤਾ, ਹਾਲਾਂਕਿ ਉਸ ਤੋਂ ਪਹਿਲਾਂ ਇੱਕ ਸਿੰਗਲ ਕੰਪਲੇਂਟ ਨਹੀਂ ਸੀ ਪੁਲਿਸ ਸਟੇਸ਼ਨ ਦੇ ਵਿੱਚ ਵੀ ਕਦੇ ਕੁੱਟਿਆ ਹੋਵੇ, ਕਦੇ ਮਾਰਿਆ, ਕਦੇ ਟੱਚ ਵੀ ਨਹੀਂ ਕੀਤਾ ਸੀ ਉਸ ਲੜਕੀ ਨੂੰ। ਫਿਰ ਅੱਗੇ ਜਾ ਕੇ ਉਹਨਾਂ ਨੇ ਡੋਮੈਸਟਿਕ ਵਾਇਲੈਂਸ ਦਾ ਪਾਤਾ, ਡੋਮੈਸਟਿਕ ਵਾਇਲੈਂਸ ਦਾ ਵੀ ਪਾਇਆ ਕੇਸ। ਫਿਰ ਕਰੂਐਲਿਟੀ ਜਿਹੜਾ ਹੈਗਾ 498A ਪਾਤਾ ਵੀ ਜਿਹਦੇ ਵਿੱਚ ਜਿਹੜਾ ਹੈਗਾ ਡੋਰੀ ਮੰਗੀ ਜਾ ਰਹੀ ਹੈ ਜੀ, ਕਾਰ ਮੰਗੀ ਜਾ ਰਹੀ ਹੈ। ਈਵਨ ਦੋ ਵਿਆਹ ਦੇ ਸਮੇਂ ਵੀ ਜਦੋਂ ਕਿਸੇ ਨੇ ਸਿੰਗਲ ਸਕੂਟਰ ਵੀ ਨਹੀਂ ਲਿਆ, ਸਾਈਕਲ ਵੀ ਨਹੀਂ ਲਿਆ, ਤਾਂ ਵਿਆਹ ਤੋਂ ਦੌਰਾਨ ਜਾਂ ਉਸ ਤੋਂ ਬਾਅਦ ਵੀ ਕਿਉਂ ਮੰਗਣਗੇ ਜਦੋਂ ਬੱਚਾ ਤੁਹਾਡਾ ਐਡਾ ਹੋ ਗਿਆ ਹੈ। ਹਾਲਾਂਕਿ ਇਹ ਸਾਰੇ ਕੇਸਿਸ ਦੇ ਵਿੱਚ ਨਹੀਂ ਹੁੰਦਾ, ਕਈ ਵਾਰ ਇਹ ਵੀ ਦੇਖਣ ਦੇ ਵਿੱਚ ਆਉਂਦਾ ਕਿ ਬਾਅਦ 'ਚ ਵੀ ਮੰਗ ਕੀਤੀ ਜਾਂਦੀ ਹੈ। ਜੀ ਨਹੀਂ, ਉਹ ਮੈਂ ਤੁਹਾਡੇ ਪੱਖ ਨਾਲ ਸਹਿਮਤ ਹਾਂ ਵੀ ਕੀਤੀ ਜਾਂਦੀ ਹੈ, ਬਟ ਕਾਨੂੰਨ ਜਿਹੜਾ ਹੈਗਾ ਸਿਰਫ ਐਵੀਡੈਂਸ ਨਾਲ ਚੱਲਦਾ ਹੈ ਜੇ ਆਪਾਂ ਗੱਲ ਕਰੀਏ। ਬਟ ਉਸ ਤੋਂ ਬਾਅਦ ਚਲੋ ਮੈਂ ਉਸ ਕੇਸ ਦੀ ਗੱਲ ਕਰਦਾ ਕਿ ਉਹ ਜਿਹੜਾ ਕੇਸ ਹੈਗਾ ਹੁਣ ਅੰਤ ਵੱਲ ਜਾ ਰਿਹਾ ਹੈ, ਹੁਣ ਉਹ ਡਾਈਵੋਰਸ ਵੱਲ ਚਲਾ ਗਿਆ। ਪਹਿਲਾਂ ਉਸ ਨੂੰ ਸਾਂਭਿਆ ਜਾ ਸਕਦਾ ਸੀ ਅਗਰ ਲੜਕੀ ਦੀ ਜਿਹੜੀ ਮਾਂ ਹੈਗੀ ਆ ਉਹ ਪਰੇਸ਼ਾਨ ਨਾ ਕਰਦੀ। ਉੱਦਾਂ ਹੀ ਕੀ ਹੈ ਕਿ ਕਈ ਇੱਦਾਂ ਦੇ ਕੇਸ ਨੇ ਵੀ ਲੜਕੀਆਂ ਪੜ੍ਹੀਆਂ ਲਿਖੀਆਂ ਨੇ, ਅੱਛੀਆਂ ਨੇ ਬਹੁਤ ਜ਼ਿਆਦਾ,
ਉਹ ਆਪਣੇ ਪਰਿਵਾਰ ਨੂੰ ਸੰਭਾਲ ਰਹੀਆਂ ਨੇ, ਉਹ ਜੌਬ ਵੀ ਕਰਦੀਆਂ ਨੇ, ਤੇ ਲੜਕੇ ਦੀ ਜਿਹੜੀ ਸੱਸ ਹੈਗੀ ਉਹ ਭੜਕਾਉਂਦੀ ਹੈ। ਕਿਹਦੇ ਪਿੱਛੇ? ਕੰਮ ਪਿੱਛੇ। ਜਿਹੜੀ ਤੁਸੀਂ ਪਹਿਲਾਂ ਚਰਚਾ ਕਰ ਰਹੇ ਸੀਗੇ ਕਿ ਜਿਵੇਂ ਮੈਮ ਕਹਿ ਰਹੇ ਸੀਗੇ ਵੀ ਇਹ ਆਪਣਾ ਵਰਕ ਕਰਦੀਆਂ ਨੇ, ਇਹ ਆਪਣੇ ਵਰਕ ਕਰਦੀਆਂ ਨੇ, ਸਾਰਾ ਕੁਝ ਆਪਣੀ ਨੂੰਹ ਨੂੰ ਆਪਣੀ ਧੀ ਦੀ ਤਰ੍ਹਾਂ ਪਾਲ ਰਹੇ ਨੇ। ਇੱਥੇ ਸੱਸਾਂ ਦੀ ਵੀ ਕਮੀ ਹੈ। ਮੁੰਡਿਆਂ ਨੇ ਜਿਹੜੀਆਂ ਮਦਰਸ ਨੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਉਹ ਜਿਹੜੀ ਧੀ ਹੈਗੀ ਹੈ, ਵਿਆਹ ਕੇ ਆਈ ਹੈ ਪਰਿਵਾਰ ਦੇ ਵਿੱਚ, ਕਿ ਉਹਨੂੰ ਵੀ ਬਰਾਬਰਤਾ ਦਿੱਤੀ ਜਾਵੇ। ਹੁਣ ਕਈ ਇੱਦਾਂ ਦੇ ਕੇਸਿਸ ਨੇ ਜਿੱਥੇ ਲੜਕਾ ਠੀਕ ਹੈਗੀ ਹੈ, ਲੜਕੇ ਦੀ ਸੱਸ ਪਰੇਸ਼ਾਨ ਕਰਦੀ ਹੈ, ਤਾਂ ਹਾਰ ਕੇ ਕੀ ਕਰੇਗੀ ਲੜਕੀ? ਡੋਮੈਸਟਿਕ ਵਾਇਲੈਂਸ ਪਾਏਗੀ, ਤੇ ਨਾਲ ਫਿਰ ਸਾਰੇ ਲਪੇਟੇ ਜਾਂਦੇ ਨੇ, ਚਾਹੇ ਉਹ ਸਿਸਟਰ ਇਨ ਲਾਅ ਹੈਗੀਆਂ ਨੇ, ਹੈ ਨਾ, ਚਾਹੇ ਉਹਨਾਂ ਦੀਆਂ ਨਣਦਾਂ ਨੇ, ਚਾਹੇ ਉਹਨਾਂ ਦੇ ਦਿਓਰ ਨੇ, ਚਾਹੇ ਸਹੁਰੇ ਨੇ, ਫਿਰ ਲਪੇਟੇ 'ਚ ਤਾਂ ਸਾਰੇ ਹੀ ਜਾਂਦੇ ਨੇ ਜੀ। ਸੋ ਦੋਨੋਂ ਤਰ੍ਹਾਂ ਦੇ ਚੀਜ਼ਾਂ ਹੈਗੀਆਂ ਨੇ, ਬਟ ਜਿਹੜਾ ਆਪਾਂ ਗੱਲ ਕਰੀਏ ਕਾਨੂੰਨੀ ਪੱਖ ਜਿਹੜਾ ਲੜਕਿਆਂ ਦਾ ਹੈਗਾ, ਉਹਦੇ ਵਿੱਚ ਕੋਈ ਐਡਾ ਲਿਟੀਗੇਸ਼ਨ ਦੇ ਲਈ ਕੋਈ ਉਹਨਾਂ ਕੋਲ ਸੋਲਿਡ ਹੈ ਨਹੀਂ, ਕਾਨੂੰਨ ਨਹੀਂ ਹੈ ਜੋ ਅਸੀਂ ਆਵਾਜ਼ ਉੱਠਦੀ ਮੇਰਾ ਸਵਾਲ ਇਹੀ ਸੀ ਕਿ ਜਿਵੇਂ ਕੁੜੀਆਂ ਕੋਲ ਘਰੇਲੂ ਹਿੰਸਾ ਦੇ ਖਿਲਾਫ ਕਾਨੂੰਨ ਉਹਨਾਂ ਦੇ ਹੱਕ ਦੇ ਵਿੱਚ ਬੋਲਦਾ ਹੈ ਨਾ, ਤਾਂ ਕੀ ਮੁੰਡਿਆਂ ਲਈ ਵੀ ਐਵੇਂ ਦਾ ਕੁਝ ਹੈਗਾ? ਨਹੀਂ, ਇੱਦਾਂ ਦਾ ਕੋਈ ਕਾਨੂੰਨ ਦੇਖੋ ਆਵਾਜ਼ ਉੱਠੀ ਸੀ ਕਾਫੀ ਸਾਲਾਂ ਤੋਂ, ਦਹਾਕੇ ਮੈਨੂੰ ਲੱਗਦਾ 1-2 ਦਹਾਕੇ ਲਗਭਗ ਹੋ ਗਏ ਨੇ। 2004-05 ਤੋਂ ਬਾਅਦ ਜਦੋਂ ਡੋਮੈਸਟਿਕ ਵਾਇਲੈਂਸ ਦਾ ਚੱਲਿਆ, ਪ੍ਰੋਟੈਕਸ਼ਨ ਆਫ ਵੂਮਨ ਫਰੋਮ ਡੋਮੈਸਟਿਕ ਵਾਇਲੈਂਸ ਦਾ 2005 ਦਾ ਹੈਗਾ, ਉਸ ਤੋਂ ਬਾਅਦ ਲੜਕਿਆਂ ਦੇ ਜਿਹੜੇ ਪਰਸਨਸ ਨੇ, ਬੰਦੇ ਨੇ, ਉਹਨਾਂ ਦੇ ਹੱਕ ਲਈ ਵੀ ਆਵਾਜ਼ ਉੱਠੀ, ਬਟ ਟਿਲ ਡੇਟ ਜਿਹੜਾ ਹੈਗਾ ਉਹਨੂੰ ਕਾਨੂੰਨੀ ਰੂਪ ਨਹੀਂ ਦਿੱਤਾ ਜਾ ਰਿਹਾ, ਮਤਲਬ ਕਾਨੂੰਨੀ ਰੂਪ ਦਿੱਤਾ ਨਹੀਂ ਜਾ ਚੁੱਕਿਆ ਉਹਨੂੰ ਹਾਲੇ ਤੱਕ। ਤੇ ਇਨ ਬਿਟਵੀਨ ਗੱਲ ਚੱਲੀ ਸੀ ਕਿ ਜਿਹੜਾ 498A ਹੈਗਾ ਵੀ ਉਹਨੂੰ ਜਿਹੜਾ ਹੈਗਾ ਵੀ ਜਦੋਂ ਦੋਨੋਂ ਪਾਰਟੀਆਂ ਆਪਸ 'ਚ ਰਾਜੀ ਹੋ ਜਾਣ, ਕਿਸੇ ਮੁੱਦੇ 'ਤੇ ਪਹੁੰਚ ਜਾਣ, ਉਹ ਵੀ ਜਿਹੜਾ ਹੈਗਾ ਉਹ ਵੀ ਵਿੱਚ ਵਿਚਾਲੇ ਹੀ ਹੈਗਾ ਵੀ ਖਾਰਜ ਕਰ ਦਿੱਤਾ ਜਾਵੇ ਕੇਸ ਜਿਹੜੇ ਹੈਗੇ ਨੇ ਵਿੱਚੇ ਵਿਚਾਲੇ, ਮਤਲਬ ਉਹਨਾਂ ਨੂੰ ਦੋਨਾਂ ਨੂੰ ਪਾਰਟੀਆਂ ਨੂੰ ਜਿਹੜਾ ਹੈਗਾ ਆਪਣੇ ਇੱਕ ਦਾਇਰੇ ਤੇ ਇੱਕ ਪਹੁੰਚ ਚੁੱਕੇ ਹਨ, ਉਹ ਵੀ ਗੱਲ ਵਿੱਚ ਹੀ ਹੈਗੀ ਹੈ ਵੀ ਕਲੈਰਿਟੀ ਨਹੀਂ ਹੈ ਉਸ ਕੇਸ ਦੀ, ਉਹਨਾਂ ਉਸ ਸੰਬੰਧੀ ਕਾਨੂੰਨ ਦੀ ਵੀ ਕੋਈ ਕਲੈਰਿਟੀ ਨਹੀਂ ਹੈ। ਸੁਰਿੰਦਰ ਜੀ, ਅਸੀਂ ਸਾਰੇ ਮਿਲ ਕੇ ਸਮਾਜ ਨੂੰ ਬਣਾਉਂਦੇ ਹਾਂ, ਹੈ ਨਾ। ਤੁਸੀਂ ਘਰੇਲੂ ਸੁਆਣੀ ਹੋ, ਤੁਸੀਂ ਇੱਕ ਕੰਮਕਾਜੀ ਨੂੰਹ ਹੈ ਤੁਹਾਡਾ ਮੁੰਡਾ ਕੰਮਕਾਜੀ ਹੈ, ਪਰਿਵਾਰ ਤੁਸੀਂ ਸੰਭਾਲ ਰਹੇ ਹੋ, ਤੇ ਨਾਲ ਹੀ ਤੁਹਾਨੂੰ ਸ਼ਾਇਦ ਸਾਡੇ ਨਾਲੋਂ ਜ਼ਿਆਦਾ ਮੌਕਾ ਮਿਲਿਆ ਹੋਣਾ, ਉਮਰ ਦਾ ਤੁਹਾਡਾ ਤਕਾਜ਼ਾ ਵੀ ਹੈ, ਅਨੁਭਵ ਵੀ ਹੈ। ਤੁਸੀਂ ਕੀ ਕਾਰਨ ਮੰਨਦੇ ਹੋ ਕਿ ਜਿਹੜੇ ਰਿਸ਼ਤੇ ਟੁੱਟ ਰਹੇ ਨੇ ਉਹਨਾਂ ਦਾ ਕਾਰਨ ਕੀ ਹੈ? ਦੇਖੋ ਜੀ, ਰਿਸ਼ਤੇ ਜਿਹੜੇ ਜਿਵੇਂ ਹੁਣ ਇਹ ਗੱਲ ਕਰ ਰਹੇ ਸੀਗੇ, ਮੈਂ ਮਾਫੀ ਚਾਹੁੰਦੀ ਹਾਂ, ਤੁਹਾਡੀ ਮੈਂ ਗੱਲ ਵਿੱਚੋਂ ਕੱਟ ਰਹੀ ਹਾਂ, ਕਿਉਂਕਿ ਨਾ ਵਧੇਰੇ ਕਰਕੇ ਇਹ ਵੀ ਇੱਕ ਧਾਰਨਾ ਆ ਜਾਂਦੀ ਹੈ ਕਿ ਕੁੜੀਆਂ ਜ਼ਿਆਦਾ, ਕਹਿੰਦੇ ਕਿ ਜ਼ਿਆਦਾ ਪੜ੍ਹੀਆਂ ਲਿਖੀਆਂ ਕੁੜੀਆਂ ਜਿਹੜੀਆਂ ਉਹ ਘਰ ਨਹੀਂ ਵਸਾਉਂਦੀਆਂ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ 'ਚ? ਪਰ ਨਹੀਂ, ਇਹ ਕੋਈ ਮਤਲਬ ਕੋਈ ਨਹੀਂ ਹੈ ਵੀ ਪੜ੍ਹੀਆਂ ਲਿਖੀਆਂ ਕੁੜੀਆਂ ਘਰ ਨਹੀਂ ਵਸਾਉਂਦੀਆਂ। ਬਹੁਤ ਪੜ੍ਹੀਆਂ ਲਿਖੀਆਂ ਕੁੜੀਆਂ ਵੀ ਬਹੁਤ ਵਧੀਆ ਆਪਣੇ ਘਰ ਵਸਾਈ ਬੈਠੀਆਂ ਨੇ, ਇਹੋ ਜਿਹੀ ਕੋਈ ਗੱਲ ਨਹੀਂ। ਪਰ ਨਾ ਮਤਲਬ ਜੋ ਹੁਣ ਦਾ ਸਮਾਜ 'ਚ ਚੱਲ ਰਿਹਾ ਨਾ, ਹੁਣ ਮੈਂ ਮਤਲਬ ਬਹੁਤ ਕੇਸ ਇਹੋ ਜਿਹੇ ਦੇਖ ਚੁੱਕੀ ਹਾਂ ਜਿਹਦੇ ਵਿੱਚ ਜਿਹੜੇ ਘਰ ਖਰਾਬ ਹੋ ਰਹੇ ਨੇ ਨਾ, ਇਹ ਦਖਲਅੰਦਾਜ਼ੀ ਕਰਕੇ ਹੋ ਰਹੇ ਨੇ ਫੈਮਿਲੀ ਦੀ। ਕੁਛ ਉਹਨਾਂ ਨੂੰ ਪੇਰੈਂਟਸ ਨੂੰ ਹੁੰਦਾ, ਕੁੜੀ ਦੇ ਵਾਲਿਆਂ ਨੂੰ, ਉਹ ਕਹਿੰਦੇ ਪਹਿਲਾਂ ਤਾਂ ਅਸੀਂ ਆਪਣੀਆਂ ਕੁੜੀਆਂ ਪੜ੍ਹਾਈਆਂ ਨੇ, ਫਿਰ ਸਾਡੀਆਂ ਕੁੜੀਆਂ ਜੌਬ ਕਰਨ ਲੱਗ ਗਈਆਂ, ਅਸੀਂ ਰੋਟੀ ਪਾਣੀ ਕਦ ਬੱਚੇ ਕਦੋਂ ਕਰਨ। ਪਰ ਮੈਂ ਇਹ ਨਹੀਂ ਕਹਿੰਦੀ, ਦੇਖੋ ਵੀ ਮਤਲਬ ਬੱਚੇ ਨੂੰ ਥੋੜ੍ਹਾ ਟਾਈਮ ਦੇਣਾ ਚਾਹੀਦਾ, ਆਪਣੇ ਥੋੜ੍ਹਾ ਬਹੁਤਾ ਉਹਨੂੰ ਸਿਖਾਉਣਾ ਚਾਹੀਦਾ ਵੀ ਆਪਣੇ ਜੋਗਾ ਕਰ ਸਕੇ ਬੱਚਾ, ਠੀਕ ਹੈ ਨਾ ਜੀ। ਦੇਖੋ ਮੁੰਡਾ, ਅਸੀਂ ਉਹਨੇ ਮੁੰਡੇ ਨੂੰ ਵੀ ਨਹੀਂ ਕਹਿੰਦੇ ਵੀ ਨਾ ਕਰੇ, ਅਸੀਂ ਉਹਨੂੰ ਵੀ ਇਹ ਕਹਿੰਦੇ ਆ ਵੀ ਤੂੰ ਵੀ ਥੋੜ੍ਹੀ ਬਹੁਤੀ ਹੈਲਪ ਕਰਨ ਨਾਲ, ਜੇ ਉਹਨਾਂ ਕੋਲ ਛੋਟਾ ਬੱਚਾ ਵੀ ਤੂੰ ਬੱਚੇ ਨੂੰ ਫੜ ਲਾ ਵੀ ਚੱਲ ਤੂੰ ਕਰਾ, ਥੋੜ੍ਹਾ ਬਹੁਤਾ ਇੱਕ ਦੂਜੇ ਨਾਲ ਦੋਨੇ ਜਣੇ ਰਲ ਕੇ ਕਰ ਲਓ ਜੇ ਨਹੀਂ ਹੁੰਦਾ। ਪਰ ਮੈਂ ਕਹਿੰਦੀ ਹਾਂ ਵੀ ਰਿਸ਼ਤੇ ਜਿਹੜੇ ਜ਼ਿਆਦਾ ਖਰਾਬ ਹੁੰਦੇ ਨੇ, ਇਹ ਥੋੜ੍ਹੇ ਜਿਹੇ ਨਾ ਮਾਂ ਬਾਪ ਦੀ ਵਿੱਚ ਦਖਲਅੰਦਾਜ਼ੀ ਕਰਕੇ ਹੁੰਦੇ ਨੇ। ਹਾਂਜੀ, ਉਹਨਾਂ ਨੂੰ ਇਹ ਰਹਿੰਦਾ ਵੀ ਮੇਰੀ ਕੁੜੀ ਨੂੰ ਇਹ ਨਾ, ਕੁਛ ਕੁੜੀਆਂ ਵੀ ਇਹੋ ਜਿਹੀਆਂ ਨੇ, ਹਰ ਗੱਲ ਇੱਕ ਅੱਜ ਕੱਲ੍ਹ ਫੋਨਾਂ ਨੇ ਨਾ ਬਹੁਤ ਕੰਮ ਖਰਾਬ ਕੀਤਾ, ਮੋਬਾਇਲਾਂ ਨੇ। ਹਰ ਗੱਲ ਜੋ ਹੁੰਦੀ ਹੈ ਮਾਂ ਨੇ ਫੋਨ ਕਰਨਾ ਵੀ ਬੇਟੀ ਕੀ ਗੱਲ ਹੈ, ਜਾਂ ਬਾਅਦ ਉਹਨੇ ਸਾਰੀ ਗੱਲ ਆਪਣੇ ਘਰ ਦੀ ਉੱਥੇ ਪਹੁੰਚਾਉਣੀ ਹੈ ਨਾ ਜੀ। ਦੇਖੋ ਉਸ ਤੋਂ ਬਾਅਦ ਵਿੱਚ ਉਹ ਕਹਿੰਦੇ, ਉਹਨਾਂ ਨੂੰ ਇਹ ਹੁੰਦਾ ਪਤਾ ਨਹੀਂ ਸਾਡੀ ਕੁੜੀ ਕਿੰਨੀ ਪਰੇਸ਼ਾਨ ਹੈ। ਕਈ ਕੁੜੀਆਂ ਝੂਠ ਬੋਲ ਕੇ ਆਪਣੇ ਮਾਂ ਬਾਪ ਨੂੰ ਵੀ ਟੌਰਚਰ ਕਰਦੀਆਂ ਨੇ, ਮਾਂ ਬਾਪ ਨੂੰ ਇਹ ਹੁੰਦਾ ਵਾਕਈ ਸਾਡੀ ਪਤਾ ਨਹੀਂ ਬੇਟੀ ਪਰੇਸ਼ਾਨ ਹੈ, ਵੀ ਮਤਲਬ ਉਹ ਆ ਕੇ ਉਹ ਵੀ ਦਖਲਅੰਦਾਜ਼ੀ ਕਰਦੇ ਨੇ। ਤੇ ਮਤਲਬ ਮੁੰਡਾ ਤਾਂ ਵਿਚਾਰਾ ਕਿਸੇ ਨੂੰ ਕੁਛ ਨਹੀਂ ਕਹਿੰਦਾ, ਉਹ ਤਾਂ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਹੈਗਾ ਵੀ ਮੈਨੂੰ ਇਹ ਪਰੇਸ਼ਾਨੀ। ਉਹ ਕਹਿੰਦਾ ਚਲੋ ਕੋਈ ਨਾ, ਹੁਣ ਠੀਕ ਹੋਊਗੀ, ਚਲੋ ਕਦੇ ਤਾਂ ਗੱਡੀ ਮਤਲਬ ਲਾਈਨ 'ਤੇ ਆਊਗੀ, ਉਹ ਵੀ ਹੌਲੀ ਹੌਲੀ ਚੱਲੀ ਜਾਂਦੇ ਆ। ਪਰ ਕਈ ਨਹੀਂ ਬਦਲਦੇ, ਇਸ ਕਰਕੇ ਨਾ ਰਿਸ਼ਤੇ ਜ਼ਿਆਦਾ ਖਰਾਬ ਇਸੇ ਕਰਕੇ ਹੁੰਦੇ ਆ।
ਉਹ ਜਿਵੇਂ ਕਹਿੰਦੇ ਆ ਨਾ ਵੀ ਪਹਿਲੇ ਵੇਲਿਆਂ 'ਚ ਹੁੰਦਾ ਸੀ ਵੀ ਦੇਖੋ ਘਰ 'ਚ ਦੇ ਵਿੱਚ ਚਾਹੇ ਕੋਈ ਵੀ 4 ਬੰਦੇ ਰਹਿੰਦੇ ਹੁਣ, ਜ਼ਰੂਰੀ ਨਹੀਂ ਵੀ ਉਹ ਜਿਹੜੇ ਨੇ ਉਹ ਪਤੀ ਪਤਨੀ ਹੋਣ ਜਾਂ ਉਹਦੇ ਸਹੁਰਾ ਪਰਿਵਾਰ ਹੀ ਹੋਵੇ, ਕੋਈ ਵੀ 4 ਬੰਦੇ ਰਹਿੰਦੇ ਹੁੰਦੇ। ਇਹ ਕਦੇ ਨਹੀਂ ਹੁੰਦਾ ਵੀ ਚਾਰਾਂ ਦਾ ਸੁਭਾਅ ਆਪਸ ਦੇ ਵਿੱਚ ਮਿਲਦਾ ਹੋਵੇ, ਹੈ ਨਾ। ਅਸੀਂ ਆਪਣੇ ਭੈਣ ਭਰਾਵਾਂ ਨਾਲ ਵੀ ਲੜਦੇ ਹਾਂ, ਵਿਆਹ ਤੋਂ ਪਹਿਲਾਂ ਸਾਡੇ ਮਾਂ ਪਿਓ ਦੇ ਨਾਲ ਵੀ ਸਾਡੀਆਂ ਲੜਾਈਆਂ ਹੋ ਜਾਂਦੀਆਂ, ਹੈ ਨਾ, ਬੜੀ ਸੁਭਾਵਿਕ ਜੀ ਗੱਲ ਹੈ। ਪਰ ਪਹਿਲੇ ਸਮੇਂ ਦੇ ਵਿੱਚ ਕੀ ਹੁੰਦਾ ਸੀ, ਕਹਿੰਦੇ ਕਿ ਜੇ ਕੋਈ ਸਹੁਰੇ ਘਰ ਦੇ ਵਿੱਚ ਐਵੇਂ ਦੀ ਲੜਾਈ ਹੋ ਗਈ ਨਾ ਤਾਂ ਕੁੜੀ ਚਿੱਠੀ ਪਾਉਂਦੀ ਸੀ ਹਾਂਜੀ ਮਾਪਿਆਂ ਨੂੰ, ਤੇ ਜਦੋਂ ਤੱਕ ਚਿੱਠੀ ਪਹੁੰਚਦੀ ਸੀ ਉਹਨਾਂ ਕੋਲ ਤੇ ਜਦੋਂ ਤੱਕ ਉਹ ਆਉਂਦੇ ਸੀ ਉਦੋਂ ਤੱਕ ਗੁੱਸਾ ਠੰਡਾ ਹੋ ਜਾਂਦਾ ਤੇ ਮਸਲਾ ਵੀ ਸੁਲਝ ਜਾਂਦਾ, ਹੈ ਨਾ। ਕਨਿਕਾ ਜੀ, ਜਦੋਂ ਅਸੀਂ ਹੁਣ ਦੇ ਸਮਾਜ ਦੀ ਗੱਲ ਕਰਦੇ ਹਾਂ, ਟੈਕਨੋਲੋਜੀ ਬਹੁਤ ਅੱਗੇ ਹੈ, ਹਰ ਗੱਲ, ਇੱਕ ਤਾਂ ਸਾਡਾ ਅੱਧਾ ਜਾਂ ਅੱਧ ਤੋਂ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਸਮਾਂ ਤੇ ਸਾਡਾ ਸਕੂਨ ਇਹਨੇ ਲੈ ਲਿਆ ਸਾਡੇ ਤੋਂ, ਹੈ ਨਾ। ਪਰ ਉਸ ਦੌਰ ਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਉਹੀ ਜਿਹੜੀਆਂ ਰੂੜੀਵਾਦੀ ਪਰੰਪਰਾਵਾਂ ਚੱਲੀਆਂ ਆ ਰਹੀਆਂ ਨੇ, ਜਾਂ ਕਿ ਵੀ ਇਹ ਜੇ ਨੂੰਹ ਹੈ ਤਾਂ ਇਹ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਾਊਗੀ, ਇਹਨੇ ਇਹੀ ਪਹਿਨਣਾ, ਹੈ ਨਾ, ਜਾਂ ਸਾਡੇ ਘਰ ਇਹ ਨਹੀਂ ਬਣਦਾ, ਇਹਨੇ ਉਹੀ ਖਾਣਾ ਜੋ ਸਾਡੇ ਘਰ 'ਚ ਇੰਨੇ ਸਮੇਂ ਤੋਂ ਬਣ ਰਿਹਾ। ਅਤੇ ਫਿਰ ਉੱਥੇ ਜਦੋਂ ਪੜ੍ਹੀਆਂ ਲਿਖੀਆਂ ਬੱਚੀਆਂ ਦੇ ਨਾਲ ਵੀ ਜਦੋਂ ਘਰੇਲੂ ਹਿੰਸਾ ਹੁੰਦੀ ਹੈ, ਮੈਂ ਇੱਕ ਸਵਾਲ ਜ਼ਰੂਰ ਜਾਣਨਾ ਚਾਹੂੰਗੀ ਕਿ ਜਦੋਂ ਕੋਈ ਵੀ, ਚਾਹੇ ਉਹ ਕੁੜੀ ਹੈ ਜਾਂ ਮੁੰਡਾ ਹੈ, ਆਤਮਦਾਹ ਤੱਕ ਗੱਲ ਜਾਂਦੀ ਹੈ ਤਾਂ ਉਸ ਵੇਲੇ ਅਜਿਹਾ ਕੀ ਚੱਲਦਾ ਉਹਨਾਂ ਦੇ ਮਨ ਦੇ ਵਿੱਚ? ਕਿਉਂ ਕੋਈ ਬੰਦਾ ਐਡਾ ਵੱਡਾ ਫੈਸਲਾ ਲੈ ਲੈਂਦਾ ਹੈ ਕਿ ਉਹ ਜ਼ਿੰਦਗੀ ਜੀਣ ਤੋਂ ਹੀ ਮੁਨਕਰ ਹੋ ਜਾਂਦਾ ਹੈ? ਦੇਖੋ ਰਣਦੀਪ, ਜਿਹੜੀ ਇਹ ਸਿਚੁਏਸ਼ਨਸ ਨੇ, ਜਿੰਨੀਆਂ ਵੀ ਇਹ ਚੀਜ਼ਾਂ ਹੁੰਦੀਆਂ ਨੇ ਕਿ ਲੋਕ ਸੁਸਾਈਡ ਕਰਦੇ ਨੇ ਜਾਂ ਆਤਮ ਹੱਤਿਆ ਕਰਦੇ ਨੇ ਜਾਂ ਡੋਮੈਸਟਿਕ ਵਾਇਲੈਂਸ ਕਰਕੇ ਕਰਦੇ ਨੇ, ਕਿਸੇ ਤੋਂ ਤੰਗ ਆ ਕੇ ਕਰਦੇ ਨੇ, ਵੀ ਬਹੁਤ ਪਰੇਸ਼ਾਨੀ ਝੇਲ ਚੁੱਕੇ ਨੇ, ਜਿੰਨੀ ਵਾਰ ਇਹ ਸਭ ਚੀਜ਼ਾਂ ਹੋਈਆਂ, ਇਹਦੇ ਪਿੱਛੇ ਕਈ ਰੀਜ਼ਨਸ ਪਾਏ ਗਏ ਨੇ। ਉਹਨਾਂ ਵਿੱਚੋਂ ਸਭ ਤੋਂ ਬੜਾ ਰੀਜ਼ਨ ਇਹ ਹੈ ਕਿ ਡਿਸੀਜਨ ਮੇਕਿੰਗ ਦੀ ਕਮੀ, ਲੋਕਾਂ ਨੂੰ ਫੈਸਲੇ ਨਹੀਂ ਲੈਣੇ ਆਉਂਦੇ। ਦੇਖੋ, ਚਾਹੇ ਉਹ ਕੋਈ ਕੁੜੀ ਹੈ, ਜਿਵੇਂ ਹੁਣ ਤੁਸੀਂ ਰੀਸੈਂਟ ਕੇਸ ਹੁਣੇ ਡਿਸਕਸ ਕੀਤਾ ਮਨਦੀਪ ਜੀ ਦਾ, ਜਿਨ੍ਹਾਂ ਨੇ ਸੁਸਾਈਡ ਕੀਤਾ, ਅਗਰ ਤੁਸੀਂ ਉਹਨਾਂ ਦੀ ਵੀਡੀਓਜ਼ ਨੂੰ ਧਿਆਨ ਨਾਲ ਦੇਖੋ ਤਾਂ ਪਹਿਲੇ ਜਦੋਂ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦੀ ਫੈਮਿਲੀ ਨੇ ਕੇਸ ਰਜਿਸਟਰ ਕੀਤਾ, ਇਹਦਾ ਮਤਲਬ ਕਦੇ ਉਹਨਾਂ ਦੀ ਫੈਮਿਲੀ ਨੇ ਆਵਾਜ਼ ਚੁੱਕੀ ਕਿ ਅਸੀਂ ਆਪਣੀ ਸਾਡੀ ਬੱਚੀ ਔਖੀ ਹੈ, ਅਸੀਂ ਆਪਣੀ ਬੱਚੀ ਨੂੰ ਬਚਾ ਲਈਏ। ਤਾਂ ਜਦੋਂ ਉਸ ਟਾਈਮ 'ਤੇ ਉਹਦੇ ਦੇ ਹਸਬੈਂਡ ਨੇ ਤਰਲੇ ਮਿੰਨਤਾਂ ਕੀਤੀਆਂ, ਉਹਨਾਂ ਨੇ ਖੁਦ ਕਿਹਾ ਅਤੇ ਉਹਨਾਂ ਨੇ ਉਸ ਨੂੰ ਮਾफ़ ਕਰਤਾ ਉਸ ਟਾਈਮ, ਵੀ ਕੋਈ ਗੱਲ ਨਹੀਂ, ਵੀ ਮੈਂ ਇੱਕ ਮੌਕਾ ਹੋਰ ਦੂੰ, ਇੱਕ ਮੌਕਾ ਹੋਰ, ਬਹੁਤ ਮੌਕੇ ਦਿੱਤੇ। ਅਤੇ ਸਾਡਾ ਜਿਹੜਾ ਡਿਸੀਜਨ ਮੇਕਿੰਗ ਖਰਾਬ ਹੁੰਦੀ ਹੈ, ਉਹ ਕਦੋਂ ਹੁੰਦੀ ਹੈ? ਜਦੋਂ ਅਸੀਂ ਇਮੋਸ਼ਨਲੀ ਅਪਸੈਟ ਹੋ ਜਾਂਦੇ ਹਾਂ, ਸਾਡੀਆਂ ਭਾਵਨਾਵਾਂ ਸਾਡੇ ਕਾਬੂ ਤੋਂ ਬਾਹਰ ਨੇ, ਸਾਡੀ ਅਟੈਚਮੈਂਟ ਇੰਨੀ ਜ਼ਿਆਦਾ ਕਿਸੇ ਦੇ ਨਾਲ ਕਿ ਉਹ ਸਾਨੂੰ ਹਾਰਮ ਵੀ ਪਹੁੰਚਾ ਰਿਹਾ, ਸਾਨੂੰ ਦੁੱਖ ਵੀ ਦੇ ਰਿਹਾ, ਦਰਦ ਵੀ ਦੇ ਰਿਹਾ, ਤਾਂ ਵੀ ਸਾਨੂੰ ਐਂ ਲੱਗ ਰਿਹਾ ਕਿ ਅਸੀਂ ਇਹ ਸ਼ਾਇਦ ਸੁਧਰ ਜੂਗਾ ਅਤੇ ਅਸੀਂ ਇਹਦੇ ਨਾਲ ਰਹਿ ਪਾਵਾਂਗੇ। ਅਤੇ ਉਹ ਪੇਨ ਇੰਨੀ ਜ਼ਿਆਦਾ ਵੱਧ ਜਾਂਦੀ ਆ ਕਿ ਫਿਰ ਡਿਸੀਜਨ ਮੇਕਿੰਗ ਫਿਰ ਤੋਂ ਖਰਾਬ ਹੁੰਦੀ ਆ ਜਦੋਂ ਅਸੀਂ ਆਪਣੀ ਜ਼ਿੰਦਗੀ ਨੂੰ ਕੁਇਟ ਕਰਨ ਦੀ ਸੋਚਦੇ ਹਾਂ, ਕਿਉਂਕਿ ਸ਼ੁਰੂ ਤੋਂ ਹੀ ਡਿਸੀਜਨ ਮੇਕਿੰਗ ਠੀਕ ਨਹੀਂ ਰਹੀ। ਇੱਕ ਜਿਹੜਾ ਰੈਸ਼ਨਲ ਬੀਇੰਗ ਹੈ, ਜਿਹੜਾ ਸਹੀ ਤਰੀਕੇ ਨਾਲ ਸੋਚ ਪਾਉਂਦਾ, ਲੌਜਿਕ ਲਗਾ ਕੇ ਸੋਚ ਪਾਉਂਦਾ, ਉਹਨੂੰ ਪਹਿਲੀ ਵਾਰ 'ਚ ਹੀ ਪਤਾ ਲੱਗ ਜੂਗਾ, ਪਹਿਲੇ ਕੁਝ ਮਹੀਨਿਆਂ 'ਚ ਹੀ ਪਤਾ ਲੱਗ ਜਾਏਗਾ ਕਿ ਮੈਂ ਇਸ ਇਨਸਾਨ ਨਾਲ ਰਹਿ ਰਹੀ ਹਾਂ, ਜਾਂ ਮੈਂ ਇਸ ਇਨਸਾਨ ਨਾਲ ਰਹਿ ਰਿਹਾ, ਜਾਂ ਮੈਂ ਇਸ ਪਰਿਵਾਰ 'ਚ ਰਹਿ ਰਿਹਾ, ਜਿੱਥੇ ਵੀ ਉਹ ਇਨਸਾਨ ਰਹਿ ਰਿਹਾ, ਤੇ ਉਹਨੂੰ ਪ੍ਰੋਬਲਮ ਆ ਰਹੀ ਆ, ਵੀ ਇਹ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ, ਇਹ ਖ਼ਤਮ ਨਹੀਂ ਹੋ ਸਕਦੀ, ਮੈਂ ਇਹਨੂੰ 1-2 ਵਾਰੀ ਮੌਕੇ ਦੇ ਕੇ ਦੇਖ ਲਈ, ਖ਼ਤਮ ਨਹੀਂ ਹੋ ਸਕਦੀ, ਸਾਨੂੰ ਪਤਾ ਲੱਗ ਜਾਂਦਾ। ਪਰ ਅਸੀਂ ਭਾਵਨਾਤਮਕ ਰੂਪ ਦੇ ਵਿੱਚ ਉੱਥੇ ਜੁੜੇ ਰਹਿੰਦੇ ਹਾਂ, ਗਲਤ ਡਿਸੀਜਨ ਲੈਂਦੇ ਜਾਂਦੇ ਉੱਥੇ ਰਹਿਣ ਦਾ, ਅਤੇ ਜਿਹੜਾ ਅੰਤ ਵਿੱਚ ਅਸੀਂ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਦੇ ਹਾਂ, ਉਹ ਵੀ ਇੱਕ ਗਲਤ ਡਿਸੀਜਨ, ਉਹ ਵੀ ਅਸੀਂ ਭਾਵਨਾਤਮਕ ਰੂਪ ਵਿੱਚ ਹੀ ਲੈਂਦੇ ਹਾਂ। ਇੱਕ ਤਰ੍ਹਾਂ ਕਹਿ ਲਓ ਰੌਂ ਚਾ ਕੇ ਲੈ ਲੈਂਦੇ ਹਾਂ ਵੀ ਫਟਾਫਟ, ਵੀ ਕਿਉਂਕਿ ਇਹ ਦੇਖਿਆ ਗਿਆ ਸੁਸਾਈਡਲ ਅਟੈਂਪਟਸ ਦੇ ਵਿੱਚ 1-2 ਸੈਕਿੰਡ ਦੀ ਜੇ ਥੋੜ੍ਹੀ ਬਹੁਤ ਮਦਦ ਮਿਲ ਜੇ ਤਾਂ ਉਸ ਚੀਜ਼ ਨੂੰ ਮੋੜਿਆ ਜਾ ਸਕਦਾ ਜੀ। ਅਤੇ ਜਿਹਨੇ ਸੁਸਾਈਡ ਅਟੈਂਪਟ ਕੀਤਾ ਹੁੰਦਾ, ਉਹਨੇ ਉਹ ਅਟੈਂਪਟ ਕਰਨ ਦੀ ਕੋਸ਼ਿਸ਼ ਪਹਿਲਾਂ ਬਹੁਤ ਵਾਰੀ ਕੀਤੀ ਹੁੰਦੀ ਆ ਅਤੇ ਉਹ ਮੁੜਿਆ ਵੀ ਹੁੰਦਾ, ਅਤੇ ਉਹਨਾਂ ਵਿੱਚੋਂ ਵੀ ਜਦੋਂ ਅੱਕ ਜਾਂਦਾ ਫਿਰ ਉਹ ਫਾਈਨਲੀ ਕਰਦਾ ਇਹ ਚੀਜ਼। ਕਈ ਲੋਕ ਸੁਸਾਈਡ ਕਿਸ ਤਰ੍ਹਾਂ ਕਰਦੇ ਕਿ ਉਹਨਾਂ ਦੀ ਕੋਈ ਮਨਸ਼ਾ ਨਹੀਂ ਹੁੰਦੀ ਸੁਸਾਈਡ ਕਰਨ ਦੀ, ਸਿਰਫ ਉਹ ਇੱਕ ਤਰ੍ਹਾਂ ਗੁੱਸੇ 'ਚ ਆ ਕੇ ਫਟਾਫਟ, ਗੁੱਸੇ 'ਚ ਆ ਕੇ ਕਹਿ ਲਓ ਜਾਂ ਭਾਵਨਾਵਾਂ 'ਚ ਆ ਕੇ ਫਟਾਫਟ ਉਹ ਸਟੈਪ ਲੈਂਦੇ ਨੇ, ਨਾਲ ਦੀ ਨਾਲ ਇਹ ਕਹਿਣਾ ਸਟਾਰਟ ਕਰ ਦਿੰਦੇ ਸਾਨੂੰ ਬਚਾ ਲਓ, ਪਰ ਬਚ ਨਹੀਂ ਪਾਉਂਦੇ। ਤਾਂ ਇਹ ਇੱਕ ਗਲਤ ਡਿਸੀਜਨ ਆ। ਇਹ ਇੱਥੋਂ ਪਤਾ ਲੱਗਦਾ ਕਿ ਇੱਕ ਇਨਸਾਨ ਹਾਰ ਜਾਂਦਾ ਜਾਂ ਇਮੋਸ਼ਨਲੀ ਬਹੁਤ ਡਿਟੀਰੀਓਰੇਟ ਹੁੰਦਾ, ਬਹੁਤ ਜ਼ਿਆਦਾ ਲੋ ਫੀਲ ਕਰਦਾ,
ਉਸ ਟਾਈਮ ਉਹਦੀ ਡਿਸੀਜਨ ਮੇਕਿੰਗ ਖਰਾਬ ਹੋ ਜਾਂਦੀ ਹੈ। ਉਹ ਫੈਸਲਾ ਨਹੀਂ ਲੈ ਪਾਉਂਦਾ ਕਿ ਮੈਂ ਅੱਗੇ ਵੱਧ ਵੀ ਸਕਦਾ ਕਿ ਮੈਂ ਆਪਣੀ ਜ਼ਿੰਦਗੀ ਦਾ ਅੰਤ ਕਰਨਾ। ਜੀ 2 ਧੀਆਂ ਨੇ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਹੈ ਨਾ, ਅਤੇ ਜਦੋਂ ਅਸੀਂ ਬੱਚਿਆਂ ਦੀ ਗੱਲ ਕਰਦੇ ਹਾਂ, ਫਿਰ ਚਾਹੇ ਸਾਡੀ ਕੁੜੀ ਹੋਵੇ ਜਾਂ ਮੁੰਡਾ, ਤਾਂ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਹਾਂ, ਕਿਉਂਕਿ ਬੱਚੇ ਦੀ ਅਸੀਂ ਕਹਿੰਦੇ ਹਾਂ ਨੀਂਹ ਜਾਂ ਘਰ ਤੋਂ ਬਣਦੀ ਆ ਜਾਂ ਸਕੂਲ ਦਾ ਬਹੁਤ ਵੱਡਾ ਉਹਦੇ 'ਚ ਹੱਥ ਹੁੰਦਾ ਹੈ ਨਾ। ਬੱਚਿਆਂ ਨੂੰ ਕਿਵੇਂ ਦੀ ਸਿੱਖਿਆ ਜਿਹੜੀ ਆ ਉਹ ਕਿਸ ਤਰ੍ਹਾਂ, ਕਿਉਂਕਿ ਅਸੀਂ ਕਹਿੰਦੇ ਕਿ ਬੱਚੇ ਦਾ ਮਨ ਕੋਰੀ ਸਲੇਟ ਹੈ, ਉਹ ਭੁੱਲਦਾ ਕਦੇ ਵੀ ਕੁਛ ਨਹੀਂ ਜੋ ਵੀ ਦੇਖਦਾ, ਤਾਂ ਕਿਸ ਤਰ੍ਹਾਂ ਦਾ ਅਸੀਂ ਮਾਹੌਲ ਉਹਦੇ ਆਲੇ ਦੁਆਲੇ ਸਿਰਜੀਏ ਕਿ ਮੰਨ ਲਓ ਕਿ ਜੇ ਮੇਰੇ ਇੱਕ ਮੁੰਡਾ ਵੀ ਹੈ, ਮੈਂ ਇੱਕ ਮੁੰਡੇ ਦੀ ਮਾਂ ਆ, ਤਾਂ ਮੈਂ ਉਹਨੂੰ ਕਿਵੇਂ ਦੀ ਸਿੱਖਿਆ ਦੇਵਾਂ ਕਿ ਜਿਵੇਂ ਮੇਰੇ ਇੱਕ ਧੀ ਹੈ ਤਾਂ ਮੈਨੂੰ ਪਤਾ ਕਿ ਮੈਂ ਆਪਣੀ ਧੀ ਨੂੰ ਕੀ ਸਿਖਾਉਣਾ ਕੀ ਨਹੀਂ ਹੈ ਨਾ, ਪਰ ਜੇ ਇੱਕ ਮੁੰਡਾ ਹੋਵੇ ਅਸੀਂ ਉਹਨੂੰ ਕੀ ਸਿਖਾਈਏ ਐਵੇਂ ਦਾ, ਜਾਂ ਦੋਨੇ ਬੱਚਿਆਂ ਨੂੰ ਹੀ ਅਸੀਂ ਕੀ ਸਿਖਾਈਏ ਕਿ ਉਹ ਅੱਗੇ ਜਾ ਕੇ ਇੱਕ ਸਿਹਤਮੰਦ ਸਮਾਜ ਦੇ ਨਾਗਰਿਕ ਬਣਨ। ਹਾਂਜੀ, ਦੇਖੋ ਪਹਿਲੀ ਗੱਲ ਤਾਂ ਸਾਰੀ ਸਿੱਖਿਆ ਮਾਂ-ਬਾਪ ਦੇ ਥਰੂ ਘਰ ਤੋਂ ਹੀ ਪਹਿਲਾ ਬੀਜ ਘਰ ਤੋਂ ਆਉਂਦਾ ਸਿੱਖਿਆ ਦਾ। ਮੈਂ ਪਹਿਲਾਂ ਵੀ ਇਹ ਚੀਜ਼ ਕਹੀ ਸੀ ਕਿ ਅਸੀਂ ਜੋ ਕਹਿੰਦੇ ਹਾਂ ਅਤੇ ਜੋ ਅਸੀਂ ਕਰਦੇ ਹਾਂ, ਜੇ ਉਹਦੇ 'ਚ ਫਰਕ ਹੈ ਤਾਂ ਬੱਚਿਆਂ ਨੇ ਉਹੀ ਦੇਖ ਕੇ ਸਿੱਖਣਾ ਜੋ ਅਸੀਂ ਕਰ ਰਹੇ ਹਾਂ। ਤੁਸੀਂ ਕਹਿ ਰਹੇ ਹੋ ਕਿ ਆਪਣੇ ਬੱਚਿਆਂ ਨੂੰ ਵੀ ਔਰਤ ਦੀ ਇੱਜ਼ਤ ਕਰੋ, ਬੜਿਆਂ ਦੀ ਇੱਜ਼ਤ ਕਰੋ, ਅਤੇ ਘਰ ਵਿੱਚ ਤੁਸੀਂ ਨਹੀਂ ਕਰ ਰਹੇ, ਤਾਂ ਉਹਨੇ ਉਹ ਦੇਖਣਾ ਜੋ ਤੁਸੀਂ ਕਰ ਰਹੇ ਹੋ, ਸੁਣਨਾ ਨਹੀਂ ਕਿ ਜੋ ਤੁਸੀਂ ਕਿਹਾ। ਸਿੱਖਿਆ ਦੀ ਗੱਲ ਆਉਂਦੀ ਹੈ ਤਾਂ ਸਕੂਲਸ ਦਾ ਬਹੁਤ ਬੜਾ ਰੋਲ ਹੈ, ਆਫਟਰ ਪੇਰੈਂਟਸ, ਮਾਂ ਬਾਪ ਤੋਂ ਬਾਅਦ ਟੀਚਰਸ ਦਾ ਬਹੁਤ ਬੜਾ ਰੋਲ ਹੈ। ਜੋ ਮੈਂ ਦੇਖਦੀ ਹਾਂ, ਜੋ ਮੇਰੀ ਪਰਸਨਲ ਥਿੰਕਿੰਗ ਹੈ, ਉਹ ਇਹ ਹੈ ਕਿ ਅਗਰ ਡੋਮੈਸਟਿਕ ਵਾਇਲੈਂਸ ਨੂੰ ਅਸੀਂ ਰਿਲੇਟ ਕਰਦੇ ਹਾਂ ਇਹਦੇ ਨਾਲ, ਤਾਂ ਜਿਹੜੇ ਟੀਚਰਸ ਹੱਥ ਚੱਕਦੇ ਨੇ ਬੱਚਿਆਂ 'ਤੇ, ਕੁੱਟਦੇ ਨੇ, ਇੱਕ ਅੱਧਾ ਥੱਪੜ ਲਾਤਾ, ਕੰਮ ਨਹੀਂ ਪੂਰਾ ਥੱਪੜ ਲਾਤਾ, ਹੁਣ ਉਹ ਬੱਚਾ ਕੁੱਟ ਖਾ ਕੇ ਘਰ ਆ ਜਾਂਦਾ ਤਾਂ ਮਾਂ ਬਾਪ ਹੀ ਕਿਆ ਕਹਿ ਰਹੇ ਨੇ, ਤੇਰੇ ਭਲੇ ਲਈ ਹੋਈ ਆ, ਜਾਂ ਟੀਚਰਸ ਹੀ ਕਹਿੰਦੇ ਅਸੀਂ ਸਾਨੂੰ ਕਿਹੜਾ ਚਾਅ ਚੜ੍ਹਦਾ, ਅਸੀਂ ਇਹ ਤੰਗ ਕਰਦੇ ਨੇ, ਇਹਨਾਂ ਦੇ ਭਲੇ ਲਈ ਕੁੱਟਦੇ ਉਹਨਾਂ ਨੂੰ। ਹੁਣ ਤਾਂ ਹਾਲਾਂਕਿ ਕਈ ਸਕੂਲਾਂ ਦੇ ਵਿੱਚ ਬੈਨ ਹੋ ਗਿਆ, ਬਟ ਸਟਿਲ ਚੱਲ ਰਿਹਾ, ਸਟਿਲ ਚੱਲਦਾ। ਇੱਕ ਅੱਧਾ ਥੱਪੜ ਤਾਂ ਮਤਲਬ ਪ੍ਰਾਈਵੇਟ ਸਕੂਲ ਵਿੱਚ ਵੀ ਬੱਚੇ ਖਾਈ ਜਾਂਦੇ ਨੇ। ਜਿਵੇਂ ਸਾਡੇ ਬਚਪਨ ਦੇ ਵਿੱਚ ਤਾਂ ਅਸੀਂ ਬਹੁਤ ਭਿਆਨਕ ਜਿਹੜੀ ਕੁੱਟ ਹੈ ਉਹ ਅਧਿਆਪਕਾਂ ਵੱਲੋਂ ਦੇਖੀ ਹੋਈ ਹੈ। ਹਾਂਜੀ, ਨਹੀਂ ਆਪਣਾ ਟਾਈਮ ਹੋਰ ਸੀਗਾ, ਹੁਣ ਵੀ ਬੱਚੇ ਇਹ ਚੀਜ਼ ਸਹਿੰਦੇ ਨੇ। ਈਵਨ ਕਿ ਅੱਜ ਕੱਲ੍ਹ ਦੇ ਬੱਚੇ ਜੋ ਬੋਲ ਦਿੱਤਾ ਜਾਂਦਾ ਉਹਨਾਂ ਨੂੰ ਅਗਰੈਸਿਵਲੀ, ਉਹ ਜ਼ਿਆਦਾ ਹਰਟ ਕਰਦਾ ਉਹਨਾਂ ਨੂੰ। ਹੁਣ ਕਿਹਾ ਜਦ ਅਸੀਂ ਉਹਨਾਂ ਦੇ ਦਿਮਾਗ 'ਚ ਪਾਤਾ ਕਿ ਜੇ ਤੁਸੀਂ ਕੰਮ ਸਹੀ ਨਹੀਂ ਕਰਦੇ ਤਾਂ ਤੁਹਾਡੇ ਕੁੱਟ ਪੈ ਸਕਦੀ ਹੈ ਅਤੇ ਤੁਸੀਂ ਇੰਪਰੂਵ ਕਰ ਜਾਓਗੇ। ਜਦੋਂ ਆਪਣੇ ਘਰ ਆਉਂਦੇ ਨੇ, ਆਪਣੀ ਮਦਰ ਨੂੰ ਜਾਂ ਫਾਦਰ ਨੂੰ ਵਾਇਲੈਂਟ ਹੁੰਦੇ ਹੋਏ ਦੇਖਦੇ ਨੇ, ਅਤੇ ਵਿਕਟਿਮ ਨੂੰ ਵੀ ਦੇਖਦੇ ਨੇ ਜਿਹਨੂੰ ਕੁੱਟ ਪੈ ਰਹੀ ਆ ਜਾਂ ਗਾਲਾਂ ਖਾ ਰਿਹਾ ਜਿਹੜਾ ਇਨਸਾਨ, ਉੱਥੇ ਜਾ ਕੇ ਉਹਨਾਂ ਨੂੰ ਇੱਕ ਵਾਰ ਤਾਂ ਡਰ ਲੱਗੂਗਾ ਕਿਉਂਕਿ ਇਮੋਸ਼ਨਲੀ ਅਟੈਚਡ ਨੇ, ਦੁੱਖ ਵੀ ਹੋਊਗਾ, ਛੁਡਾਉਣ ਦੀ ਵੀ ਕੋਸ਼ਿਸ਼ ਕਰਨਗੇ, ਪਰ ਜਿਹੜਾ ਦੂਸਰਾ ਪੇਰੈਂਟ ਹੈ ਉਹ ਵੈਲੀਡੇਟ ਕਰ ਦਿੰਦਾ ਉਸ ਚੀਜ਼ ਨੂੰ ਵੀ ਇਹਦੀ ਗਲਤੀ ਸੀ, ਇਸ ਕਰਕੇ ਇਹਦੇ ਕੁੱਟ ਪਈ ਆ। ਹੁਣ ਬੱਚੇ ਨੇ ਆਪਣੇ ਮਨੋਂ ਮਨੀ ਆਪਣੇ ਐਕਸਪੀਰੀਅੰਸ ਨਾਲ ਰਿਲੇਟ ਕਰ ਲੈਣਾ। ਸਾਈਕੋਲੋਜੀਕਲ ਗੱਲ ਕਰ ਰਹੀ ਹਾਂ ਕਿ ਅੱਛਾ ਜਿਵੇਂ ਸਾਡੇ ਕੁੱਟ ਪੈਂਦੀ ਅਸੀਂ ਸਿੱਖ ਲੈਂਦੇ ਹਾਂ, ਕੰਮ ਨਹੀਂ ਪੂਰਾ ਕੀਤਾ, ਸਿਮਿਲਰ ਆ, ਤਾਂ ਅੰਦਰੋਂ ਅੰਦਰ ਹੀ ਨੋਰਮਲਾਈਜ਼ ਕਰ ਲੈਂਦੇ ਆ ਚੀਜ਼ ਨੂੰ। ਇਹ ਨੋਰਮਲਾਈਜ਼ ਕਰਨ ਦੇ ਪਿੱਛੇ ਕਿਹਦਾ ਸਭ ਤੋਂ ਬੜਾ ਰੋਲ ਹੈ? ਜਿਹੜਾ ਵਿਕਟਿਮ ਆ, ਜਿਹੜਾ ਸਹਿ ਰਿਹਾ, ਕਿਉਂਕਿ ਉਹਨੇ ਕੋਈ ਆਵਾਜ਼ ਨਹੀਂ ਉਠਾਈ, ਉਹਨੇ ਕੁੱਟ ਖਾਈ, ਗਾਲਾਂ ਖਾਧੀਆਂ, ਥੋੜੀ ਕੁ ਦੇਰ ਗੁੱਸਾ ਦਿਖਾਇਆ, ਥੋੜੀ ਦੇਰ ਬਾਅਦ ਠੀਕ ਹੋ ਗਿਆ ਜੀ। ਉਹਨੂੰ ਲੱਗੇ ਐਂ ਹੀ ਚੱਲਦੀ ਹੈ ਲਾਈਫ। ਅਤੇ ਜਦੋਂ ਉਹੀ ਬੱਚੇ ਵੱਡੇ ਹੁੰਦੇ ਨੇ, ਉਹੀ ਬੱਚੇ ਬੜੇ ਹੋ ਕੇ ਕੁੱਟਮਾਰ ਕਰਦੇ ਨੇ ਕਿਉਂਕਿ ਸਿੱਖ ਗਏ, ਦੇਖਿਆ ਉਹੀ। ਹਾਂਜੀ, ਅਤੇ ਅਸੀਂ ਸਿਖਾਉਣਾ ਕਿਆ ਹੈ ਬੱਚਿਆਂ ਨੂੰ? ਮਤਲਬ ਜੇ ਲਰਨਿੰਗ ਦੀ ਗੱਲ ਕਰੀਏ ਤਾਂ ਮੁੰਡੇ ਦੀ, ਪਰ ਜੋ ਤੁਸੀਂ ਗੱਲ ਕੀਤੀ ਕਿ ਮੁੰਡੇ ਨੂੰ ਜਾਂ ਕੁੜੀ ਨੂੰ ਅਸੀਂ ਕੀ ਸਿਖਾਈਏ, ਸਭ ਤੋਂ ਪਹਿਲਾਂ ਤਾਂ ਅਸੀਂ ਉਹਨੂੰ ਦਿਖਾਈਏ ਕਿ ਇੱਜ਼ਤ ਕਿਵੇਂ ਹੁੰਦੀ ਆ। ਮੈਂ ਆਪਣੇ ਘਰ ਦੇ ਵਿੱਚ ਇਹ ਦੇਖਿਆ ਕਿ ਮੇਰੇ ਪੇਰੈਂਟਸ ਨੇ ਖੁਦ ਨੂੰ ਇੱਕ ਦੂਸਰੇ ਨੂੰ ਕਦੇ ਵੀ ਤੁਸੀਂ ਤੋਂ ਬਿਨਾਂ ਗੱਲ ਨਹੀਂ ਕੀਤੀ। ਉਹਨਾਂ ਨੇ ਮੈਂ ਉਹਨਾਂ ਨੂੰ ਕਦੇ ਤੂੰ ਤੜਾਕ ਕਰਦੇ ਹੋਏ ਨਹੀਂ ਦੇਖਿਆ। ਮੈਂ ਈਵਨ ਇਹ ਵੀ ਨੋਟਿਸ ਕੀਤਾ, ਹਾਲਾਂਕਿ ਦੇਖੋ ਸਾਈਕੋਲੋਜੀ ਮੈਂ ਪੜ੍ਹੀ ਹੈ ਬਾਅਦ 'ਚੋਂ, ਉਹ ਪੜ੍ਹੇ ਲਿਖੇ ਨੇ, ਅਤੇ ਮੈਂ ਇਹ ਨੋਟਿਸ ਕੀਤਾ ਕਿ ਜਦੋਂ ਉਹਨਾਂ ਨੇ ਕਦੇ ਬਹਿਸ ਬਸਾਈ ਵੀ ਕਰਨੀ ਆ, ਉਹਨਾਂ ਸਾਡੇ ਸਾਹਮਣੇ ਨਹੀਂ ਕੀਤੀ। ਜਦੋਂ ਅਸੀਂ ਛੋਟੇ ਹੁੰਦੇ ਸੀਗੇ, ਸਾਡੇ ਸਾਹਮਣੇ ਸਾਡੇ ਪੇਰੈਂਟਸ ਨੇ ਬਹਿਸ ਬਸਾਈ ਨਹੀਂ ਕੀਤੀ। ਐਵੇਂ ਨਹੀਂ ਕਿ ਕਿਸੇ ਘਰ ਦੇ ਵਿੱਚ ਲੜਾਈ ਝਗੜਾ ਨਹੀਂ ਹੁੰਦਾ, ਪਰ ਉਹ ਕਰਨ ਦਾ ਇੱਕ ਢੰਗ ਹੁੰਦਾ ਜੀ। ਅਤੇ ਅਸੀਂ ਵੀ ਅੱਗੇ ਜਾ ਕੇ ਇਹ ਸਿੱਖਿਆ ਕਿ ਵੀ ਆਪਸ ਵਿੱਚ ਬਹਿਸ ਬਸਾਈ ਨਹੀਂ ਹੋਣੀ ਚਾਹੀਦੀ, ਜਾਂ ਬੱਚਿਆਂ ਸਾਹਮਣੇ ਤਕਰੀਬਨ ਨਹੀਂ ਹੋਣੀ ਚਾਹੀਦੀ। ਜਿਵੇਂ ਫਾਦਰ ਦਿਖਾਊਗਾ ਮਦਰਲੀ ਇੱਜ਼ਤ, ਤਾਂ ਜਿਹੜਾ ਬੇਟਾ ਹੋਊਗਾ, ਲੜਕਾ ਹੋਊਗਾ, ਉਹ ਇੱਜ਼ਤ ਕਰ ਪਾਊਗਾ ਅੱਗੇ ਜਾ ਕੇ, ਸਿਸਟਰ ਦੀ ਵੀ, ਮਦਰ ਦੀ ਵੀ, ਅਤੇ ਅੱਗੇ ਜਾ ਕੇ ਆਪਣੀ ਵਾਈਫ ਦੀ ਜਾਂ ਹੋਰ ਕੁੜੀਆਂ ਦੀ। ਇੱਜ਼ਤ ਸਾਰੀ ਜੈਂਡਰ ਦੀ ਇੱਕ ਬਰਾਬਰ ਹੋਣੀ ਚਾਹੀਦੀ ਆ।
ਤੇ ਅਸੀਂ ਆਪਣੇ ਘਰ ਤੋਂ ਸਿਖਾਉਂਦੇ ਹਾਂ ਉਹਨਾਂ ਨੂੰ। ਇਹ ਛੋਟੇ ਛੋਟੇ ਗੱਲਾਂ ਹੁੰਦੀਆਂ, ਜਿਵੇਂ ਹੁਣ ਕਈ ਲੋਕ ਕੁਝ ਬੋਲ ਦਿੰਦੇ ਨੇ, ਘਰ ਦੇ ਹੀ ਬੋਲ ਦਿੰਦੇ ਨੇ, ਜੈਂਡਰ ਬਾਇਸਡ ਗੱਲਾਂ ਕਰਦੇ ਨੇ, ਕੁੜੀਆਂ ਤਾਂ ਐਵੇਂ ਦੀਆਂ ਹੁੰਦੀਆਂ ਨੇ, ਮੁੰਡੇ ਤਾਂ ਐਵੇਂ ਹੁੰਦੇ ਨੇ, ਮੁੰਡਿਆਂ ਦਾ ਪੱਖ ਉੱਚਾ ਰੱਖਣ ਦੀ ਕੋਸ਼ਿਸ਼ ਕਰਦੇ ਨੇ, ਕੁੜੀਆਂ ਦਾ ਪੱਖ ਨੀਵਾਂ ਰੱਖਣ ਦੀ ਕੋਸ਼ਿਸ਼ ਕਰਦੇ ਨੇ। ਉੱਥੇ ਮਾਵਾਂ ਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਜੀ। ਉੱਥੇ ਜੇ ਬੱਚਾ ਤੁਹਾਡੇ ਕੋਲ ਆਏ ਕੋਈ ਗੱਲ ਕਰ ਰਿਹਾ, ਉਹਨੂੰ ਜ਼ਰੂਰ ਸੁਣੋ, ਉਹਨੂੰ ਜ਼ਰੂਰ ਸਮਝੋ ਵੀ ਇਹ ਕੀ ਕਹਿ ਰਿਹਾ, ਕਿੱਥੋਂ ਸੁਣ ਕੇ ਆਇਆ, ਅਤੇ ਉਹਨੂੰ ਉੱਥੇ ਜਸਟੀਫਾਈ ਕਰੋ ਕਿ ਆਹ ਚੀਜ਼ ਐਵੇਂ ਨਹੀਂ ਹੈਗੀ, ਜੋ ਤੂੰ ਸੁਣਿਆ ਠੀਕ ਨਹੀਂ ਹੈਗਾ, ਇਸ ਤਰ੍ਹਾਂ ਨਾਲ ਨਹੀਂ ਹੁੰਦਾ। ਇਹ ਮੈਂ ਦੋ ਬੇਟਿਆਂ ਦੀ ਮਾਂ ਹਾਂ ਮੈਂ, ਅਤੇ ਮੇਰਾ ਜਿਹੜਾ ਬੜਾ ਬੇਟਾ ਉਹ ਆ ਕੇ ਮੇਰੇ ਨਾਲ ਇਸ ਤਰ੍ਹਾਂ ਹੀ ਸਾਰੀ ਗੱਲ ਕਰਦਾ, ਅਤੇ ਜਦੋਂ ਵੀ ਉਹ ਆ ਕੇ ਦੱਸਦਾ ਕਿ ਮੇਰੇ ਨਾਲ ਅੱਜ ਐਵੇਂ ਹੋਇਆ ਕਿ ਕਿਸੇ ਬੱਚੇ ਨੇ ਐਂ ਕਹਿ ਤਾ, ਕਿਸੇ ਲੜਕੀ ਬਾਰੇ ਗਲਤ ਕਹਿ ਤਾ, ਤਾਂ ਮੈਂ ਉਸੇ ਟਾਈਮ ਸੁਣ ਕੇ ਸਾਰੀ ਗੱਲ ਉਸਨੂੰ ਸਮਝਾਉਂਦੀ ਹਾਂ ਵੀ ਨਹੀਂ, ਵੀ ਗਲਤ ਬੋਲਣ ਤੋਂ ਪਹਿਲਾਂ ਇਹ ਦੇਖੋ ਹਰ ਇਨਸਾਨ ਦੀ ਇੱਜ਼ਤ ਹੈਗੀ ਹੈ ਜੀ। ਜੇ ਆਪਾਂ ਹਰ ਵਾਰੀ ਟੋਕਾਂਗੇ ਬੱਚੇ ਨੂੰ, ਹਰ ਵਾਰੀ ਉਹਨੂੰ ਸਮਝਾਵਾਂਗੇ, ਤਾਂ ਉਹਦੇ ਦਿਮਾਗ 'ਚ ਪੈ ਜਾਏਗੀ ਗੱਲ। ਜਿਵੇਂ ਬੱਚਿਆਂ ਨੂੰ ਆਪਣਾ ਰੂਟੀਨ ਯਾਦ ਰਹਿੰਦਾ, ਉੱਠ ਕੇ ਕੀ ਕੁਝ ਕਰਨਾ ਤੁਸੀਂ ਸਿਖਾਇਆ ਹੀ ਆ ਜੀ। ਉਹ ਤੁਰਨਾ ਭੁੱਲ ਥੋੜ੍ਹੀ ਗਏ, ਉਹ ਖਾਣਾ ਭੁੱਲ ਥੋੜ੍ਹੀ ਗਏ, ਤੁਸੀਂ ਸਿਖਾਇਆ ਉਹਨਾਂ ਨੂੰ। ਉਵੇਂ ਜੇ ਤੁਸੀਂ ਸ਼ੁਰੂ ਤੋਂ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਸਿਖਾਉਂਦੇ ਰਹੋਗੇ ਤਾਂ ਉਹਨਾਂ ਨੂੰ ਹਮੇਸ਼ਾ ਲਈ ਯਾਦ ਰਹੇਗਾ। ਇਸੇ ਤਰ੍ਹਾਂ ਨਾ ਮੈਂ ਵਿਦਿਆ ਬਾਲਨ ਹੋਰਾਂ ਦੀ ਇੱਕ ਲਘੂ ਫਿਲਮ ਵੇਖੀ ਸੀ ਨਟਖਟ, ਅਤੇ ਉਹਦੇ 'ਚੋਂ ਇਹੀ ਉਹਨਾਂ ਨੇ ਆਪਣੇ ਕਿ ਪਰਿਵਾਰ ਦਾ ਮਾਹੌਲ ਬਿਲਕੁਲ ਉਲਟਾ ਸੀ। ਉੱਥੇ ਔਰਤ ਦੀ ਜਿਹੜੀ ਹੈ ਉਹ ਇੰਨੀ ਤਵੱਜੋ ਨਹੀਂ ਸੀ ਉਹਨੂੰ ਦਿੱਤੀ ਜਾਂਦੀ, ਇੰਨੀ ਅਹਿਮੀਅਤ ਨਹੀਂ ਸੀ, ਪਰ ਉਹਨਾਂ ਨੇ ਆਪਣੇ ਬੱਚੇ ਨੂੰ ਉਸ ਤੋਂ ਬਿਲਕੁਲ ਉਲਟ ਬਣਾਇਆ, ਕਿਉਂਕਿ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਸਿਖਾਈਆਂ ਉਹਨੂੰ ਕਿ ਇੱਜ਼ਤ ਕਰਨੀ ਕੁੜੀਆਂ ਦੀ ਕਿੰਨੀ ਜ਼ਰੂਰੀ ਹੈ। ਉਹ ਇੱਕ ਮਾਂ ਆਪਣੇ ਬੱਚੇ ਨੂੰ ਸਿਖਾਉਂਦੀ ਹੈ, ਹੈ ਨਾ। ਇਹ ਉਹ ਫਿਲਮ ਸੀ। ਮੇਰੇ ਦੋ ਸਵਾਲ ਪਲਵਿੰਦਰ ਭਾਜੀ ਤੁਹਾਡੇ ਲਈ ਨੇ, ਕਿ ਦੋ ਮੈਂ ਇਕੱਠੇ ਇਸ ਲਈ ਪੁੱਛ ਰਹੀ ਹਾਂ ਕਿਉਂਕਿ ਉਹ ਦੋਨੇ ਆਪਸ ਦੇ ਵਿੱਚ ਜੁੜੇ ਹੋਏ ਨੇ, ਕਿ ਕਈ ਵਾਰ ਤਾਂ ਇਹ ਹੁੰਦਾ ਕਿ ਜਿਹੜੇ ਕੇਸ ਆ ਉਹ ਝੂਠੇ ਨਿਕਲਦੇ ਨੇ ਕੁੜੀਆਂ ਵੱਲੋਂ ਦਾਇਰ ਕੀਤੇ ਹੋਏ, ਹੈ ਨਾ। ਅਤੇ ਜੇ ਐਵੇਂ ਦਾ ਕੋਈ ਕੇਸ ਹੁੰਦਾ ਅਤੇ ਕੋਰਟ ਨੂੰ ਪਤਾ ਚੱਲ ਜਾਂਦਾ ਕਿ ਇਹ ਕੇਸ ਗਲਤ ਹੈ, ਤਾਂ ਇੱਕ ਪੱਖ ਨੂੰ ਜਿਹਨੇ ਗਲਤੀ ਕੀਤੀ ਉਹਨੂੰ ਕੀ ਸਜ਼ਾ ਮਿਲਦੀ ਹੈ, ਅਤੇ ਦੂਸਰਾ ਪੱਖ ਜਿਹਨੇ ਉਹ ਸਭ ਕੁਝ ਸਹਾਰਿਆ ਉਹਨੂੰ ਉਸ ਚੀਜ਼ ਦਾ ਕੀ ਕੋਰਟ ਉਹਨੂੰ ਕੋਈ ਹਰਜ਼ਾਨਾ ਜਾਂ ਕੁਝ ਦਵਾਉਂਦੀ ਹੈ ਜਾਂ ਨਹੀਂ? ਦੇਖੋ, ਇਹ ਬੜਾ ਪੇਚੀਦਾ ਸਵਾਲ ਹੈਗਾ। ਇਹਦੇ ਵਿੱਚ ਗੱਲਾਂ ਇਹ ਨੇ ਕਿ ਜਦੋਂ ਇੱਦਾਂ ਦੇ ਕੇਸਿਸ ਪਾਏ ਜਾਂਦੇ ਨੇ, ਇੱਕ ਤਾਂ ਲਿਟੀਗੇਸ਼ਨ ਦਾ ਟਾਈਮ ਬਹੁਤ ਪੀਰੀਅਡ ਜ਼ਿਆਦਾ ਲੰਬਾ ਹੁੰਦਾ ਹੈ। ਇਹ ਨਹੀਂ ਆਪਾਂ ਕਹਿ ਸਕਦੇ ਕਿ ਕਈ ਵਾਰ ਕੇਸ ਜਿਹੜਾ ਹੈਗਾ ਸਾਲ 'ਚ ਨਿਬੜ ਗਿਆ, 2 ਸਾਲ 'ਚ ਨਿਬੜ ਗਿਆ। ਜਿੱਦਾਂ ਮੈਮ ਕਨਿਕਾ ਹੋਰਾਂ ਨੇ ਕਿਹਾ ਕਿ ਮੈਂਟਲੀ ਜਿਹੜਾ ਟੌਰਚਰ ਹੈਗਾ, ਦੇਖੋ ਉਹਦਾ ਕੋਈ ਮੁੱਲ ਨਹੀਂ ਹੈ। ਜੋ ਬੰਦਾ ਚਾਹੇ ਉਹ ਔਰਤ ਸਹਿੰਦੀ ਹੈ, ਚਾਹੇ ਉਹ ਜਿਹੜਾ ਮਰਦ ਹੈਗਾ ਉਹ ਸਹਿੰਦਾ, ਉਹਦਾ ਕੋਈ ਮੁੱਲ ਪਾ ਹੀ ਨਹੀਂ ਸਕਦਾ। ਅਤੇ ਜਿੱਥੇ ਤੱਕ ਕਾਨੂੰਨੀ ਆਪਾਂ ਗੱਲ ਕਰੀਏ, ਇੱਦਾਂ ਦਾ ਕੋਈ ਸਪੈਸੀਫਿਕ ਜੇ ਆਪਾਂ ਲਾਅ ਦੀ ਗੱਲ ਕਰਦੇ ਹਾਂ ਕਿ ਜਿਹੜਾ ਹਾਲਾਂਕਿ ਕੋਈ ਡੈਫਾਮੇਸ਼ਨ ਦਾ ਪਾਤਾ ਜੀ ਸਮਾਜ ਦੇ ਵਿੱਚ ਜਿਹੜਾ ਪਰਿਵਾਰ ਦੇ ਤੌਰ 'ਤੇ ਬੰਦੇ ਦੀ ਜਿਹੜੀ ਹੈਗੀ ਹੈ ਕਿ ਪਛਾਣ ਸੀ, ਜਿਹੜੀ ਉਹਦੀ ਪਛਾਣ ਵੀ ਧੂਮਿਲ ਹੁੰਦੀ ਹੈ। ਕਾਨੂੰਨ ਵੱਲੋਂ ਕੋਈ ਇੱਦਾਂ ਦੀ ਸਪੈਸੀਫਿਕ ਪ੍ਰੋਟੈਕਸ਼ਨ ਜਿਹੜੀ ਆਪਾਂ ਕਹੀ ਜਾਵੇ, ਕੋਈ ਸੋਲਿਡ ਪ੍ਰੋਟੈਕਸ਼ਨ ਨਹੀਂ ਹੈਗੀ ਜਿਹਦੇ ਵਿੱਚ ਸਮਾਜ ਦੇ ਵਿੱਚ ਹੁਣ ਔਰਤਾਂ ਨੇ, ਪਿੱਛੇ ਜਿਹੇ ਇਹ ਵੀ ਗੱਲ ਚੱਲੀ ਸੀਗੀ ਕਿ ਕਈ ਸੁਸਾਇਟੀਜ਼ ਬਣੀਆਂ ਹੋਈਆਂ ਨੇ, ਕਈ ਇੱਦਾਂ ਦੇ NGOs ਬਣੇ ਹੋਏ ਨੇ ਜਿਹੜੇ ਕਹਿੰਦੇ ਨੇ ਵੀ ਔਰਤਾਂ ਨੂੰ ਜਿਹੜਾ ਹੈਗਾ ਕਿ ਫਾਈਨ ਪਾਇਆ ਜਾਵੇ ਤਾਂ ਕਿ ਜਿਹੜੇ ਇੱਦਾਂ ਦੇ ਫੇਕ ਜਿਹੜੇ ਕੇਸਿਸ ਨਾ ਪਾਏ ਜਾਣ। ਅਤੇ ਜੇ ਸਾਡੇ ਮਾਣਯੋਗ ਸੀਨੀਅਰ ਐਡਵੋਕੇਟ ਰਹੇ ਨੇ ਇੰਦਰਾ ਜੈ ਸਿੰਘ, ਉਹਨਾਂ ਨੇ ਕਿਹਾ ਕਿ ਇਹ ਤਾਂ ਹੋ ਹੀ ਨਹੀਂ ਸਕਦਾ, ਇਹ ਤਾਂ ਗਲਤ ਹੈਗਾ, ਇਹ ਤਾਂ ਸਮਾਜ ਦੇ ਵਿੱਚ ਕਹਿੰਦੇ ਵੀ ਔਰਤਾਂ ਦੇ ਨਾਲ ਹੀ ਹਮੇਸ਼ਾ ਤੋਂ ਧੱਕਾ ਹੁੰਦਾ ਆ ਰਿਹਾ, ਜਾਂ ਉਹਨਾਂ ਨੇ ਕਈ ਇੱਦਾਂ ਦੀਆਂ ਆਪਣੇ ਵਿਚਾਰ ਸਾਂਝੇ ਕੀਤੇ। ਉਸੇ ਤਰ੍ਹਾਂ ਕਈ ਹੋਰ ਸੀਨੀਅਰ ਐਡਵੋਕੇਟਸ ਨੇ ਜਿਨ੍ਹਾਂ ਨੇ ਆਪਣੇ ਵਿਚਾਰ ਵੀ ਦਿੱਤੇ ਨੇ। ਅਤੇ ਮੇਰੇ ਹਿਸਾਬ ਨਾਲ ਜੋ ਮੈਂ ਸਮਝਦਾ ਹਾਂ ਕਿ ਸਮਾਜ ਦੇ ਵਿੱਚ ਕੋਈ ਇੱਦਾਂ ਸਟ੍ਰਿੰਜੈਂਟ ਐਕਸ਼ਨ ਹੈ ਨਹੀਂ ਅੱਜ ਤੱਕ ਸਮਾਜ ਜੋ ਔਰਤਾਂ ਨੂੰ ਜਾਂ ਜਿਹੜਾ ਵੀ ਬੰਦਾ ਹੈਗਾ ਕੋਈ ਇੱਦਾਂ ਦਾ ਕੇਸ ਪਾ ਰਿਹਾ ਹੈਗਾ। ਹਾਲਾਂਕਿ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਹੁਣ ਤਾਂ ਔਰਤਾਂ ਦੇ ਜਿਹੜੇ ਫੀਮੇਲ ਮੈਂਬਰਸ ਨੇ ਉਹ ਫੀਮੇਲ ਟੂ ਫੀਮੇਲ 'ਤੇ ਵੀ ਕੇਸ ਪਾ ਸਕਦੀਆਂ ਨੇ, ਕਿ ਉੱਦਾਂ ਦੀ ਕੋਈ ਸਟ੍ਰਿੰਜੈਂਟ ਲਾਅ ਹੋਵੇ ਅਤੇ ਜਿਹੜਾ ਕਿ ਔਰਤ ਨੂੰ ਪਨਿਸ਼ ਕਰ ਸਕੇ, ਜਾਂ ਜਿਹੜਾ ਪਰਸਨ ਹੈਗਾ, ਜਿਹੜਾ ਪਟੀਸ਼ਨਰ ਹੈਗਾ ਵੀ ਉਹਨੂੰ ਕੋਈ ਇੱਦਾਂ ਦੀ ਸਜ਼ਾ ਦਿੱਤੀ ਜਾ ਸਕਦੀ ਹੋਵੇ। ਇੱਦਾਂ ਦਾ ਕੋਈ ਖਾਸ ਹੈ ਨਹੀਂ, ਅਤੇ ਸਮਾਜ ਦੇ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਹੈਗੀ ਹੈ। ਸਮਾਜ ਨੂੰ ਜੇ ਉੱਚਾ ਚੁੱਕਣਾ ਹੈਗਾ, ਅਗਰ ਮੈਂ ਕਾਨੂੰਨ ਤੋਂ ਹਟ ਕੇ ਗੱਲ ਕਰਾਂ ਕਿ ਸਮਾਜ ਦੇ ਵਿੱਚ ਜਿਵੇਂ ਹੁਣ ਕਾਨੂੰਨ ਦੇ ਦਾਇਰੇ ਦੇ ਅਧੀਨ ਸਾਡੇ ਮੀਡੀਏਸ਼ਨ ਸੈਂਟਰਸ ਨੇ, ਜਿੱਥੇ ਜਿਹੜੇ ਹੈਗੇ ਦੋਨਾਂ ਪਾਰਟੀਆਂ ਨੂੰ ਭੇਜਿਆ ਜਾਂਦਾ ਕਿ ਸ਼ਾਇਦ ਇਹਨਾਂ ਦੇ ਵਿੱਚ ਜਿਹੜਾ ਹੈਗਾ, ਜਿਵੇਂ ਜਦੋਂ ਉਹਨਾਂ ਦੇ ਵਿੱਚ ਡਾਈਵੋਰਸ ਦਾ ਪ੍ਰੋਸੀਡਿੰਗਸ ਚੱਲਦੀਆਂ ਨੇ, ਮੀਡੀਏਸ਼ਨ ਸੈਂਟਰਸ ਬਣੇ ਹੋਏ ਨੇ ਡਿਸਟ੍ਰਿਕਟ ਕੋਰਟਸ ਦੇ ਵਿੱਚ, ਉੱਥੇ ਉਹਨਾਂ ਨੂੰ ਭੇਜਿਆ ਜਾਂਦਾ ਦੋਨੋਂ ਪਾਰਟੀਆਂ ਨੂੰ ਕਿ ਸ਼ਾਇਦ ਇਹਨਾਂ 'ਚ ਸੁਲਹ ਸਫਾਈ ਹੋ ਜਾਵੇ। ਸ਼ਾਇਦ ਕੋਰਟ ਕਹਿੰਦੇ ਕਿ 6 ਮਹੀਨੇ ਦਾ ਵਕਤ ਦੇ ਦਿਓ
ਜਿਹਦੇ ਸ਼ਾਇਦ ਇਹ ਦੋਨਾਂ ਪਾਰਟੀਆਂ ਨੇ ਜਿਹੜੀਆਂ ਸਮਝ ਜਾਣ। ਤਾਂ ਕਈ ਪਾਰਟੀਆਂ ਨੇ, ਮੈਂ ਇਹ ਨਹੀਂ ਕਹਿੰਦਾ ਕਿ ਮੈਂ ਮੂੰਹ ਤੋਂ ਮੂੰਹਾਂ ਮਿੱਠੂ ਬਣਦਾ, ਬਟ ਡਿਊਰੇਸ਼ਨ ਮੈਂ 14 ਤੋਂ ਲਾਅ ਕਰਦਾ ਆ ਰਿਹਾ। ਮੈਂ ਇਸ ਡਿਊਰੇਸ਼ਨ ਦੇ ਦੌਰਾਨ 5 ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਉਹਨਾਂ ਦੇ ਘਰ ਵਾਪਸ ਭੇਜਿਆ। ਉਹਨਾਂ ਦੇ ਜਿਹੜੇ ਡਿਵੋਰਸ ਦੇ ਜਿਹੜੇ ਕੇਸਿਸ ਸੀਗੇ ਉਹ ਮੈਂ ਇੱਕ ਤਰ੍ਹਾਂ ਨਾਲ ਦੋਨਾਂ ਦੇ ਵਿੱਚ ਰੀਕਨਸੀਲੀਏਸ਼ਨ ਕਰਵਾਈ ਕਿ ਤੁਸੀਂ ਜਿਹੜਾ ਹੈ ਪਰਿਵਾਰ ਨੂੰ ਸਾਂਭੋ ਆਪਣੇ। 5 ਘਰ ਤੁਸੀਂ ਲੁੱਟਣੋਂ ਬਚਾਏ। ਜੀ, ਮੇਰੀ ਕੋਸ਼ਿਸ਼ ਰਹੀ ਹੈ। ਅੱਜ ਵੀ ਦੇਖੋ ਮੈਂ ਕੋਸ਼ਿਸ਼ ਇਹ ਕਰਦਾ, ਹਾਲਾਂਕਿ ਸਾਡੇ ਮੀਡੀਅਨ ਸੈਂਟਰਸ ਬਣੇ ਹੋਏ ਨੇ, ਉਹਦੇ ਵਿੱਚ ਜਿਹੜੇ ਹੈਗੇ ਨੇ ਕਈ ਕਾਉਂਸਲਰਸ ਬੈਠਦੇ ਨੇ, ਹੈ ਨਾ, ਆਨਰੇਬਲ ਸੁਪਰੀਮ ਕੋਰਟ ਦੇ ਡਾਇਰੈਕਸ਼ਨ ਦੇ ਅਧੀਨ ਸਾਰੇ ਪੰਜਾਬ ਆਲ ਓਵਰ ਇੰਡੀਆ ਕਿ ਇੱਦਾਂ ਦੇ ਸੈਂਟਰਸ ਹੈਗੇ ਨੇ, ਮੀਡੀਅਨ ਸੈਂਟਰ ਜਿਹਨਾਂ ਨੂੰ ADR ਕਿਹਾ ਜਾਂਦਾ, ਜਿਹੜਾ ADR ਸੈਂਟਰਸ ਕਿਹਾ ਜਾਂਦਾ ਉਹਨਾਂ ਨੂੰ। ਉਹਦੇ ਵਿੱਚ ਦੋਨਾਂ ਪਾਰਟੀਆਂ ਨੂੰ ਭੇਜਿਆ ਜਾਂਦਾ ਹੈਗਾ। ਦੋਨਾਂ ਦੇ ਜਿਹੜੇ ਫੈਸਲੇ ਨੇ, ਦੋਨਾਂ ਨੂੰ ਕੋਸ਼ਿਸ਼ ਕਰਾਈ ਜਾਂਦੀ ਹੈ ਕਿ ਫੈਸਲੇ ਜਿਹੜੇ ਕਿਸੇ ਹੱਦ ਤੱਕ ਪਹੁੰਚ ਕੇ ਆਪਣੇ ਪਰਿਵਾਰ ਨੂੰ ਸਾਂਭ ਲੈਣ। ਬਟ ਨਹੀਂ, ਕਈ ਨਹੀਂ ਸਮਝਦੇ, ਕਹਿੰਦੇ ਅਸੀਂ ਨਹੀਂ, ਅਸੀਂ ਤਾਂ ਕੇਸ ਪਾਣਾ ਹੀ ਪਾਣਾ, ਇਸ ਤਾਂ ਕੇਸ ਚਲਾਣਾ ਹੀ ਚਲਾਣਾ ਹੈਗਾ। ਸੋ ਸਮਾਜ ਦੇ ਵਿੱਚ ਇੱਕ ਸਟ੍ਰਿੰਜੈਂਟ ਲਾਅ ਦੀ ਜ਼ਰੂਰਤ ਹੈਗੀ ਹੈ ਜਿਹੜਾ ਮਰਦਾਂ ਦਾ ਵੀ ਪੱਖ ਪੂਰੇ, ਔਰਤਾਂ ਦਾ ਪੱਖ ਪੂਰੇ ਜਾ ਰਿਹਾ ਹੈ। ਡੋਮੈਸਟਿਕ ਵਾਇਲੈਂਸ ਦਾ ਜਿਹੜਾ ਐਕਟ ਹੈਗਾ ਜਾਂ ਡੌਰੀ 498 ਹੈਗਾ, ਹਾਲਾਂਕਿ ਉਹ ਥੋੜ੍ਹੀ ਜਿਹੀ ਰਿਲੀਫ ਇਹ ਮਿਲੀ ਹੈ ਕਿ ਪੁਲਿਸ ਜਿਹੜੀ ਵੈਰੀਫਾਈ ਕਰਦੀ ਹੈ ਪਹਿਲਾਂ, ਬਟ ਔਰਤ ਦੇ ਸਮਾਜ ਦੇ ਵਿੱਚ ਜਿਹੜੇ ਮਰਦ ਨੇ ਉਹਨਾਂ ਲਈ ਇੱਕ ਲਾਅ ਦੀ ਜ਼ਰੂਰਤ ਹੈਗੀ ਹੈ ਜਿਹੜਾ ਉਹਨਾਂ ਦੇ ਹੱਕਾਂ ਦੀ ਰਾਖੀ ਕਰੇ। ਹਾਲਾਂਕਿ ਆਰਟੀਕਲ 14 ਹੈਗਾ ਸਾਡੇ ਕਨਸਟੀਟਿਊਸ਼ਨ ਦਾ ਕਿ ਜਿਹੜਾ ਹੈਗਾ ਇਕੁਅਲ ਅਪਰਚੁਨਿਟੀ ਬਿਫੋਰ ਲਾਅ, ਕਿ ਕਾਨੂੰਨ ਦੇ ਸਾਹਮਣੇ ਸਭ ਨੂੰ ਸਮਾਨਤਾ ਦਿੱਤੀ ਜਾਵੇ, ਚਾਹੇ ਉਹ ਔਰਤ ਹੈ, ਚਾਹੇ ਉਹ ਮਰਦ ਹੈ, ਕੋਈ ਵੀ ਹੈ, ਸਮਾਜ ਦਾ ਕੋਈ ਵੀ ਅੰਗ ਹੈਗਾ। ਸੋ ਜ਼ਰੂਰੀ ਹੈਗਾ। ਤੇ ਸਾਡੀਆਂ ਕਨਸਟੀਟਿਊਸ਼ਨ ਦੇ ਵਿੱਚ ਸਾਡੇ ਰਾਈਟਸ ਦੇ ਨਾਲ ਸਾਡੀਆਂ ਡਿਊਟੀਜ਼ ਵੀ ਨੇ। ਇੱਕ ਔਰਤ ਦੀ ਵੀ ਡਿਊਟੀਜ਼ ਬਣਦੀਆਂ ਨੇ ਸਮਾਜ ਦੇ ਪ੍ਰਤੀ, ਇੱਕ ਆਪਣੇ ਪਰਿਵਾਰ ਦੇ ਪ੍ਰਤੀ। ਉਸੇ ਤਰ੍ਹਾਂ ਇੱਕ ਜਿਹੜਾ ਮਰਦ ਹੈਗਾ ਉਹਦੀਆਂ ਸਮਾਜ ਦੇ ਪ੍ਰਤੀ ਵੀ ਔਰ ਆਪਣੀਆਂ ਪਰਿਵਾਰ ਦੇ ਪ੍ਰਤੀ ਜ਼ਿੰਮੇਵਾਰੀਆਂ ਨੇ। ਜੇਕਰ ਜਿਵੇਂ ਮੈਮ ਕਹਿ ਰਹੇ ਸੀਗੇ ਕਿ ਇਹ ਆਪਣਾ ਸਾਰਾ ਘਰ ਦਾ ਕੰਮ ਸੰਭਾਲਦੀਆਂ ਨੇ, ਇੱਕ ਗ੍ਰਹਿਣੀ ਹੋਣ ਦੇ ਨਾਤੇ ਇੱਕ ਸੱਸ ਦਾ ਵੀ ਰੋਲ ਨਿਭਾ ਰਹੀਆਂ ਨੇ, ਇੱਕ ਮਾਂ ਦਾ ਵੀ ਰੋਲ ਨਿਭਾ ਰਹੀਆਂ ਨੇ, ਇੱਕ ਦਾਦੀ ਵੀ ਹੋਣਗੀਆਂ, ਨਾਨੀ ਵੀ ਹੋਣਗੀਆਂ। ਅਤੇ ਜਿੱਦਾਂ ਇਹ ਰੋਲ ਇੱਕ ਮੈਨੂੰ ਬਹੁਤ ਅੱਛਾ ਲੱਗਿਆ ਇਹਨਾਂ ਨੂੰ ਮਿਲ ਕੇ, ਮੈਂ ਪਹਿਲੀ ਵਾਰ ਮਿਲਿਆ ਕਿ ਜੋ ਇਹਨਾਂ ਦਾ ਸਮਾਜ ਦੇ ਵਿੱਚ, ਜੋ ਇਹਨਾਂ ਨੇ ਆਪਣੇ ਪਰਿਵਾਰ ਦੇ ਵਿੱਚ ਇੱਕ ਇੱਦਾਂ ਦੀ ਜਿਹੜੀ ਔਰਤ ਹੈਗੀ ਆ ਉਹ ਆਪਣੇ ਪਰਿਵਾਰ ਨੂੰ ਸਾਂਭ ਸਕਦੀ ਹੈ, ਤਾਂ ਸਾਨੂੰ ਸ਼ਾਇਦ ਆਉਣ ਵਾਲੇ ਸਮੇਂ 'ਚ ਜਿਹੜਾ ਲਿਟੀਗੇਸ਼ਨ ਤੋਂ ਬਚਿਆ ਜਾ ਸਕਦਾ ਹੈਗਾ। ਸਾਨੂੰ ਸਮਝਣਾ ਪਏਗਾ ਸਮਾਜ ਦੀਆਂ ਜਿਹੜੀਆਂ ਇਹ ਕੁਰੀਤੀਆਂ ਨੇ ਸਾਡੇ ਸਮਾਜ ਦੀਆਂ, ਸਾਨੂੰ ਇਹਨਾਂ ਤੋਂ ਉੱਪਰ ਉੱਠਣਾ ਪਏਗਾ ਜੇ ਅਸੀਂ ਸਮਾਜ ਨੂੰ ਅੱਗੇ ਵਧਾਉਣਾ। ਸਮਾਜ ਚੱਲਦਾ ਕਿੱਥੋਂ ਹੈ? ਪਰਿਵਾਰ ਤੋਂ। ਜੇ ਪਰਿਵਾਰ ਹੈ ਤਾਂ ਸਮਾਜ ਹੈ, ਜੇ ਸਮਾਜ ਹੈ ਤਾਂ ਸਟੇਟ ਹੈ ਜਾਂ ਡਿਸਟ੍ਰਿਕਟ ਹੈ, ਜੇ ਸਾਡਾ ਰਾਜ ਹੈਗਾ ਤਾਂ ਸਾਡਾ ਦੇਸ਼ ਹੈ। ਤਾਂ ਜੋ ਸਾਡੀ ਜੜ੍ਹ ਹੈਗੀ ਹੈ ਸਾਡਾ ਸਮਾਜ, ਸਾਡਾ ਪਰਿਵਾਰ ਸਾਡੀ ਜੜ੍ਹ ਹੈ ਸਮਾਜ ਦੀ। ਜੇ ਅਸੀਂ ਪਰਿਵਾਰ ਨੂੰ ਸੰਭਾਲ ਕੇ ਚੱਲਾਂਗੇ, ਨੋ ਡਾਊਟ, ਤਾਂ ਜਿਹੜੀ ਮੈਂ ਤਾਂ ਕਹਿੰਦਾ ਵੀ ਜਿਹੜੇ ਇੱਦਾਂ ਦੇ ਕੇਸਿਸ ਨੇ ਉਹ ਨੰਬਰ ਆਫ ਜਿਹੜੇ ਕੇਸਿਸ ਨੇ ਉਹ ਘੱਟ ਜਾਣਗੇ ਆਉਣ ਵਾਲੇ ਸਮੇਂ 'ਚ ਜੇ ਕੋਸ਼ਿਸ਼ ਕੀਤੀ ਜਾਵੇ। ਜੀ, ਤੁਸੀਂ ਸਾਰੇ ਇੱਥੇ ਆਏ, ਸਾਨੂੰ ਆਪਣਾ ਬਹੁਤ ਹੀ ਸਮਾਂ ਕੀਮਤੀ ਜਿਹੜਾ ਤੁਸੀਂ ਸਾਨੂੰ ਦਿੱਤਾ। ਤੁਹਾਡਾ ਇੱਥੇ ਆਉਣ ਲਈ ਅਤੇ ਸਾਡੇ ਨਾਲ ਗੱਲਾਂ ਬਾਤਾਂ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਥੈਂਕ ਯੂ। ਸੋ ਘਰੇਲੂ ਹਿੰਸਾ ਦੇ ਗੰਭੀਰ ਵਿਸ਼ੇ ਨੂੰ ਅਸੀਂ ਕਿਸੇ ਇੱਕ ਖਾਸ ਲਿੰਗ ਵਰਗ ਦੇ ਨਾਲ ਜੋੜ ਕੇ ਨਹੀਂ ਰੱਖ ਸਕਦੇ, ਅਤੇ ਜਿਸ ਤਰ੍ਹਾਂ ਅਸੀਂ ਆਪਣੇ ਘਰ ਪਰਿਵਾਰਾਂ ਨੂੰ ਸੰਭਾਲਦੇ ਹਾਂ, ਓਨਾ ਹੀ ਜ਼ਰੂਰੀ ਹੈ ਕਿ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਮਾਨਸਿਕ ਸਿਹਤ ਦਾ ਵੀ ਧਿਆਨ ਰੱਖੀਏ, ਕਿਉਂਕਿ ਵਧੇਰੇ ਕਰਕੇ ਜਿਹੜੇ ਅਜਿਹੇ ਮਾਮਲੇ ਜਦੋਂ ਸਾਹਮਣੇ ਆਉਂਦੇ ਨੇ, ਉਹ ਕਾਰਨ ਇੱਕ ਇਹ ਹੁੰਦਾ ਹੈ ਕਿ ਸਾਨੂੰ ਕੋਈ ਅਜਿਹਾ ਨਹੀਂ ਮਿਲਦਾ ਜਿਹਦੇ ਨਾਲ ਅਸੀਂ ਆਪਣੇ ਮਨ ਦੀਆਂ ਗੰਢਾਂ ਨੂੰ ਖੋਲ੍ਹ ਸਕੀਏ, ਅਸੀਂ ਉਹਨਾਂ ਨੂੰ ਦੱਸ ਸਕੀਏ ਕਿ ਸਾਡੀ ਜ਼ਿੰਦਗੀ 'ਚ ਇਹ ਪਰੇਸ਼ਾਨੀਆਂ ਚੱਲ ਰਹੀਆਂ ਨੇ। ਜਿਵੇਂ ਮੈਡਮ ਕਨਿਕਾ ਹੋਰਾਂ ਨੇ ਪਹਿਲਾਂ ਕਿਹਾ ਸੀਗਾ ਕਿ ਕੋਈ ਵੀ ਬੰਦਾ ਜਦੋਂ ਆਤਮ ਹੱਤਿਆ ਕਰਨ ਲਈ ਸੋਚਦਾ ਏ ਤਾਂ ਉਹ ਪਹਿਲੀ ਵਾਰ ਨਹੀਂ ਹੁੰਦਾ, ਉਹ ਇਸ ਤੋਂ ਪਹਿਲੇ ਵੀ ਕਿੰਨੀ ਵਾਰ ਉਸ ਚੀਜ਼ ਨੂੰ ਸੋਚ ਕੇ ਮੁੜਦਾ। ਅਤੇ ਕਈ ਵਾਰ ਸਾਡੀ ਕਿਸੇ ਨਾਲ ਕੀਤੀ ਹੋਈ ਥੋੜ੍ਹੀ ਜਿਹੀ ਗੱਲ, ਸਾਡੀ ਉਹਨਾਂ ਲਈ ਦਿਖਾਈ ਹੋਈ ਥੋੜ੍ਹੀ ਜਿਹੀ ਫਿਕਰ ਕਿਸੇ ਨੂੰ ਫਿਰ ਤੋਂ ਜ਼ਿੰਦਗੀ ਜਿਉਣ ਲਈ ਪ੍ਰੇਰ ਸਕਦੀ ਹੈ। ਅਸੀਂ ਜਿੱਥੇ ਆਪਣਾ ਧਿਆਨ ਰੱਖਣਾ, ਆਪਣੇ ਘਰ ਪਰਿਵਾਰ ਦਾ ਧਿਆਨ ਰੱਖਣਾ, ਉੱਥੇ ਹੀ ਸਾਡੇ ਆਲੇ ਦੁਆਲੇ ਦਾ ਧਿਆਨ ਰੱਖਣਾ ਵੀ ਸਾਡੀ ਆਪਣੀ ਜ਼ਿੰਮੇਵਾਰੀ ਹੈ, ਕਿਉਂਕਿ ਅਸੀਂ ਸਾਰੇ ਮਿਲ ਕੇ ਇਸ ਸਮਾਜ ਨੂੰ ਬਣਾਉਂਦੇ ਹਾਂ ਅਤੇ ਇਸ ਸਮਾਜ ਨੂੰ ਸੋਹਣਾ ਵੀ ਅਸੀਂ ਸਾਰਿਆਂ ਨੇ ਮਿਲ ਕੇ ਬਣਾਉਣਾ ਹੈ। ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ।